ਦੋਸਤੋ ਹਾਜ਼ਰ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲਖਿਆਨ ਪਲੱਗਡ ਉੱਤੇ ਤੇ ਅੱਜ ਮੈਂ ਇੱਕ ਵਾਰ ਫੇਰ ਗੱਲਬਾਤ ਕਰਾਂਗਾ ਗੋਲਡੀ ਬਰਾੜ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖਬਰ, ਜਿਸ ਨੂੰ ਕਿ ਅੱਜ ਤੋਂ 2 ਦਿਨ ਪਹਿਲਾਂ ਮੈਂ ਇਸ YouTube ਚੈਨਲ ਤੋਂ ਨਸ਼ਰ ਕੀਤਾ ਸੀ। ਉਸ ਨੂੰ ਲੈ ਕੇ ਅਜੇ ਵੀ ਸੰਸੇ ਲੋਕਾਂ ਨੇ ਬਣਾ ਰੱਖੇ ਨੇ ਮੀਡੀਆ ਦੇ ਵਿੱਚ, ਚਰਚਾਵਾਂ ਦੇ ਵਿੱਚ। ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਇੱਕ ਦਾਵਾ ਹੈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਫੇਕ ਨਿਊਜ਼ ਹੈ। ਕੁਝ ਹੋਰ ਵੀ ਸਾਥੀਆਂ ਵੱਲੋਂ ਜਿਹੜੇ ਮੈਸੇਜ ਭੇਜੇ ਜਾ ਰਹੇ ਨੇ, ਸਵਾਲ ਚੁੱਕੇ ਜਾ ਰਹੇ ਨੇ ਵੀ ਗੋਲਡੀ ਬਰਾੜ ਦੀ ਗ੍ਰਿਫਤਾਰੀ ਜਾਂ ਉਸ ਦੀ ਡਿਟੈਂਸ਼ਨ ਜਾਂ ਉਸ ਦੇ ਹਿਰਾਸਤ ਵਿੱਚ ਅਮਰੀਕਾ ਦੇ ਵਿੱਚ ਲਏ ਜਾਣ ਦੀਆਂ ਜਿਹੜੀਆਂ ਖਬਰਾਂ ਨੇ ਇਹ ਖਾਮ ਮੀਡੀਆ ਨੇ ਫੈਲਾ ਰੱਖੀਆਂ ਨੇ। ਤੁਸੀਂ ਵੀ ਖਬਰਾਂ ਫੈਲਾ ਰਹੇ ਹੋ ਤੇ BJP ਜਾਂ ਕਿਸੇ ਹੋਰ ਪਾਰਟੀ ਨੂੰ ਫਾਇਦਾ ਪਹੁੰਚਾਉਣ ਲਈ ਗੁਜਰਾਤ ਚੋਣਾਂ ਦੇ ਵਿੱਚ ਇਹ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਤੇ ਅੱਜ ਮੈਂ ਇਹ ਸਾਰੀ ਗੱਲਾਂ ਬਾਤਾਂ ਉੱਤੇ ਮੈਂ ਸੋਚਿਆ ਕਿ ਇੱਕ ਚਰਚਾ ਜ਼ਰੂਰ ਕਰੀਏ, ਕਿਉਂਕਿ ਇਹ ਜਿਹੜੇ ਸੰਸੇ ਖਾਮਖਾ ਕ੍ਰੀਏਟ ਕਰਤੇ ਜਾਂਦੇ ਨੇ ਉਹਨਾਂ ਨੂੰ ਐਡਰੈਸ ਕਰਨਾ ਜ਼ਰੂਰੀ ਹੈ। ਦੇਖੋ, ਮੈਂ ਜਿਹੜੀ ਇਸ ਕੇਸ ਨੂੰ ਪਿਛਲੇ ਤਕਰੀਬਨ 12-14 ਦਿਨਾਂ ਤੋਂ ਜਿਵੇਂ ਫੋਲੋ ਅਪ ਕੀਤਾ, ਜਦ ਤੋਂ ਸਾਡੇ ਕੋਲ ਲੀਡਸ ਉੱਭਰਨੀਆਂ ਸ਼ੁਰੂ ਹੋਈਆਂ 20 ਨਵੰਬਰ ਤੋਂ ਬਾਅਦ, ਉਸ ਤੋਂ ਬਾਅਦ ਲਗਾਤਾਰ ਇਸ ਚੀਜ਼ ਉੱਤੇ ਨਜ਼ਰ ਸੀ। ਸੋ ਇੱਕ ਸੀਰੀਜ਼ ਸੀ, ਇੱਕ ਖਬਰ ਮੈਂ ਵੀ ਕਾਹਲਾ ਸੀਗਾ ਵੀ ਇਸ ਖਬਰ ਨੂੰ ਆਪਾਂ ਦਈਏ, ਨਸ਼ਰ ਕਰੀਏ, ਲੇਕਿਨ ਆਪਾਂ ਖਬਰ ਨਸ਼ਰ ਨਹੀਂ ਕੀਤੀ। ਸਮਾਂ ਜਦੋਂ ਆਇਆ ਤੇ ਤੁਸੀਂ ਦੇਖਿਆ ਕਿ ਜਦੋਂ ਮੇਰੀ ਵੀਡੀਓ ਪੈਂਦੀ ਹੈ YouTube ਉੱਤੇ ਪਬਲਿਸ਼ ਹੁੰਦੀ ਹੈ, ਉਸ ਤੋਂ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਵੱਲੋਂ ਗੁਜਰਾਤ ਦੇ ਵਿੱਚ ਜਿਹੜੀ ਇੱਕ ਪ੍ਰੈਸ ਕਾਨਫਰੰਸ ਚੋਣਾਂ ਦੇ ਸੰਦਰਭ ਵਿੱਚ ਉਹ ਕਰ ਰਹੇ ਸੀ, ਉਸ ਵਿੱਚ ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰਤੀ। ਹੁਣ ਪੰਜਾਬ ਦਾ ਇੱਕ ਮੁੱਖ ਮੰਤਰੀ ਜੋ ਕਿ ਉਹ ਕਹਿ ਰਹੇ ਨੇ, ਉਸ ਹੋਸ਼ੋ ਹਵਾਸ 'ਚ ਬੈਠੇ ਨੇ ਸਰਦਾਰ ਭਗਵੰਤ ਮਾਨ, ਤੇ ਉਹ ਕਹਿ ਰਹੇ ਨੇ ਕਿ ਮੈਂ ਐਜ਼ ਏ ਹੈੱਡ ਆਫ ਦਾ ਸਟੇਟ ਹੋਣ ਦੇ ਨਾਤੇ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਕਹਿ ਰਹੇ ਕਿ ਅਸੀਂ ਗੋਲਡੀ ਬਰਾੜ ਨੂੰ ਜਿਹੜਾ US ਦੇ ਵਿੱਚ ਡਿਟੇਨ ਕਰ ਲਿਆ ਗਿਆ ਹੈ। ਇੱਕ ਮੁੱਖ ਮੰਤਰੀ ਜਦੋਂ ਐਡੀ ਵੱਡੀ ਗੱਲ ਕਹਿ ਦਿੰਦਾ ਹੈ, ਹੁਣ ਜਿਹੜੇ ਦਾਅਵੇ ਕੁਝ ਲੋਕ ਕਹਿ ਰਹੇ ਨੇ ਕਿ ਤਾਂ ਭਾਰਤ ਸਰਕਾਰ ਨੂੰ ਜਾਂ BJP ਨੂੰ ਫਾਇਦਾ ਪਹੁੰਚਾਉਣ ਲਈ ਖਬਰ ਫੈਲਾਈ ਜਾ ਰਹੀ ਹੈ ਕਿ ਜੀ ਇਹ ਗੋਲਡੀ ਬਰਾੜ ਨੂੰ ਭਾਰਤੀ ਏਜੰਸੀਆਂ ਨੇ ਕਾਬੂ ਕਰ ਲਿਆ, ਲੇਕਿਨ ਇਹਦਾ ਦਾਅਵਾ ਬੈਠ ਕੇ ਭਗਵੰਤ ਮਾਨ ਕਰਦੇ ਪਏ ਨੇ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਦੌਰਾਨ। ਦੋਵੇਂ ਐਂਟੀ ਪਾਰਟੀਆਂ ਨਾਲ ਮੂੰਹ ਸਾਹਮਣੇ ਨੇ ਦੋਵੇਂ। ਸੋ ਸਵਾਲ ਇਹ ਖੜੇ ਹੁੰਦੇ ਨੇ ਕਿ ਆਪਾਂ ਕਿਸ ਦੀ ਗੱਲ ਨੂੰ ਸਹੀ ਮੰਨੀਏ ਤੇ ਕਿਸ ਦੀ ਗੱਲ ਨੂੰ ਗਲਤ, ਤੇ ਇਹ ਜਿਹੜੇ ਸੰਸੇ ਕੌਣ ਖੜਾ ਕਰ ਰਿਹਾ ਹੈ ਤੇ ਕਿਉਂ ਖੜੇ ਕੀਤੇ ਜਾ ਰਹੇ ਨੇ। ਠੀਕ ਹੈ, ਇਹ ਗੱਲ ਮੈਂ ਆਪਾਂ ਮੰਨ ਲੈਂਦੇ ਕਿ ਲੋਕਾਂ ਦੀ ਤਸੱਲੀ ਗੋਲਡੀ ਬਰਾੜ ਨੂੰ ਦੇਖੇ ਬਗੈਰ, ਹਿਰਾਸਤ ਵਿੱਚ ਦੇਖੇ ਬਗੈਰ ਜਾਂ ਉਸਦੀ ਕੋਈ ਤਸਵੀਰ ਵੇਖੇ ਬਗੈਰ ਨਹੀਂ ਹੋਣੀ। ਈਵਨ ਮੇਰੀ ਤਸੱਲੀ ਉਸ ਪਰਪਸ ਦੇ ਨਾਲ ਨਹੀਂ ਹੁੰਦੀ, ਲੇਕਿਨ ਜਿੰਨੀ ਕੁ ਜਾਣਕਾਰੀ ਹੈ, ਜਿੰਨੀ ਕੁ ਸੂਤਰਾਂ ਤੋਂ ਅਧਿਕਾਰੀਆਂ ਦੇ ਨਾਲ ਗੱਲਬਾਤ, ਤੇ ਹੁਣ ਤਾਂ ਹਾਰਸਿਸ ਮਾਊਥ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਗ੍ਰਹਿ ਮੰਤਰੀ ਜੇ ਇਹ ਗੱਲ ਕਹਿ ਦਿੰਦਾ ਹੈ ਤਾਂ ਕੀ ਆਪਾਂ ਉਸ ਦੀ ਗੱਲ ਉੱਤੇ ਸਿਰਫ ਇਸ ਵਾਸਤੇ ਵਿਸ਼ਵਾਸ ਨਾ ਕਰੀਏ ਕਿ ਉਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ। ਮੈਨੂੰ ਬਹੁਤ ਹੀ ਹੈਰਾਨੀ ਵੀ ਹੋਈ ਜਿਹੜੇ ਲੋਕ ਇਹ ਗੱਲਾਂ ਬਾਤਾਂ ਕਰ ਰਹੇ ਨੇ। ਠੀਕ ਹੈ, ਜੇ ਗੱਲਬਾਤ ਗਲਤ ਹੋਏਗੀ, ਕੱਲ੍ਹ ਨੂੰ ਗੋਲਡੀ ਬਰਾੜ ਡਿਟੈਂਸ਼ਨ ਦੇ ਵਿੱਚ ਆਉਣ ਤੋਂ ਬਾਅਦ ਵੀ ਭਾਰਤ ਸਰਕਾਰ ਜਾਂ ਪੰਜਾਬ ਸਰਕਾਰ, ਪੰਜਾਬ ਪੁਲਿਸ ਉਸ ਨੂੰ ਨਹੀਂ ਲੈ ਕੇ ਆ ਪਾਈ ਭਾਰਤ ਵਿੱਚ, ਇਹ ਇੱਕ ਫੇਲੀਅਰ ਹੋ ਸਕਦਾ ਹੈ, ਇਹ ਇੱਕ ਨਾਕਾਮਯਾਬੀ ਉਹਨਾਂ ਲਈ ਹੋ ਸਕਦੀ ਹੈ। ਲੇਕਿਨ ਉਸ ਨੂੰ ਡਿਟੇਨ ਕਰੇ ਜਾਣ ਦੀ ਜਿਹੜੀਆਂ ਗੱਲਾਂ ਬਾਤਾਂ ਉਹ ਗਲਤ ਕਿਵੇਂ ਹੋ ਜਾਂਦੀਆਂ ਨੇ, ਇਹ ਮੈਨੂੰ ਅਜੇ ਤੱਕ ਸਮਝ ਨਹੀਂ ਆਇਆ। ਤੇ ਜਿਹੜੇ ਲੋਕ ਇਹ ਗੱਲਾਂ ਬਾਤਾਂ ਕਰ ਰਹੇ ਨੇ, ਜਿਹੜੇ ਲੋਕ ਇਸ ਉੱਤੇ ਸਵਾਲ ਚੁੱਕ ਰਹੇ ਨੇ, ਉਹਨਾਂ ਕੋਲ ਖੁਦ ਕੋਲ ਕੀ ਆਧਾਰ ਹੈ। ਚੈਨਲ ਰਿਤੇਸ਼ ਲੱਖੀ ਅਨਪਲੱਗਡ ਜਾਂ ਮੈਂ ਰਿਤੇਸ਼ ਲੱਖੀ ਜੇ ਇਹ ਕਹਿ ਦਾਂ ਕਿ ਗੋਲਡੀ ਬਰਾੜ ਗ੍ਰਿਫਤਾਰ ਨਹੀਂ ਹੋਇਆ ਜਾਂ ਉਸ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਤੇ ਉਹ ਡਿਟੇਨ ਨਹੀਂ ਕੀਤਾ ਗਿਆ, ਫਿਰ ਤਾਂ ਮੈਂ ਆਪਣੀ ਗੱਲਬਾਤ ਨੂੰ ਜਾਂ ਤੁਹਾਨੂੰ ਮੇਰੀ ਗੱਲਬਾਤ ਦੇ ਉੱਤੇ ਵਿਸ਼ਵਾਸ ਇਸ ਵਾਸਤੇ ਹੋਣਾ ਚਾਹੀਦਾ ਹੈ ਕਿ ਜੇ ਗੋਲਡੀ ਬਰਾੜ ਡਿਟੇਨ ਨਹੀਂ ਹੋਇਆ, ਗ੍ਰਿਫਤਾਰ ਨਹੀਂ ਹੋਇਆ, ਹਰ ਛੋਟੀ ਵੱਡੀ ਘਟਨਾ ਦੀ ਉਹ ਜਾਣਕਾਰੀ ਜਾਂ ਜ਼ਿੰਮੇਵਾਰੀ ਲੈ ਰਿਹਾ ਸੀ, ਤਾਂ ਕੀ ਕਾਰਨ ਹੈ ਕਿ ਗੋਲਡੀ ਬਰਾੜ ਨੇ ਅਜੇ ਤੱਕ ਕਿਸੇ ਮੀਡੀਆ ਦੇ ਨਾਲ, ਇਨਕਲੂਡਿੰਗ ਮੇਰੇ ਨਾਲ, ਸੰਪਰਕ ਨਹੀਂ ਕੀਤਾ। ਇਸ ਵਕਤ ਐਜ਼ ਵੀ ਸਪੀਕ ਮੈਨੂੰ ਨਹੀਂ ਲੱਗਦਾ ਕਿ ਗੋਲਡੀ ਬਰਾੜ ਨੇ ਅਜੇ ਤੱਕ ਦੇਸ਼ ਦੇ, ਭਾਰਤ ਦੇ ਜਾਂ ਕਿਸੇ ਵੀ ਦੁਨੀਆ ਦੇ ਹੋਰ ਪੱਤਰਕਾਰ ਦੇ ਨਾਲ ਗੱਲਬਾਤ ਕੀਤੀ ਹੈ। ਮਲਟੀਪਲ ਨੰਬਰ ਆਫ ਟਾਈਮਸ ਉਹਦੀ ਗੱਲਬਾਤ ਮੇਰੇ ਨਾਲ ਹੋਈ ਹੈ, ਤੇ ਜਿਹੜੀ ਲਾਸਟ ਕਮਿਊਨੀਕੇਸ਼ਨ ਗੋਲਡੀ ਬਰਾੜ ਦਾ ਮੇਰੇ ਨਾਲ ਹੁੰਦਾ ਹੈ ਉਹ 9 ਨਵੰਬਰ ਨੂੰ ਹੁੰਦਾ ਹੈ। ਮੈਂ ਆਪਣੀ ਪੀਤੀ ਰਿਪੋਰਟ ਵਿੱਚ ਇਸ ਦਾ ਜ਼ਿਕਰ ਕੀਤਾ ਸੀ। 9 ਨਵੰਬਰ ਨੂੰ ਉਸ ਦਿਨ ਹੁੰਦਾ ਜਿਸ ਦਿਨ ਕੋਟਕਪੂਰੇ ਦੇ ਵਿੱਚ ਡੇਰੇ ਸੱਚੇ ਸੌਦੇ ਦੇ ਜਿਹੜੇ ਪ੍ਰਦੀਪ ਸਿੰਘ ਇੱਕ ਕੋ ਐਕਿਊਜ਼ਡ ਸੀ, ਬੇਅਦਬੀ ਦੇ ਕੇਸਾਂ ਦੇ ਵਿੱਚ ਇੱਕ ਮੁਲਜ਼ਮ ਸੀ, ਉਸ ਦਾ ਕਤਲ ਲਾਰੈਂਸ ਬਿਸ਼ਨੋਈ ਗੈਂਗ ਦੇ ਕੁਝ ਗੈਂਗਸਟਰਾਂ ਵੱਲੋਂ ਕਰਤਾ ਗਿਆ ਸੀ। ਸੋ 9 ਨਵੰਬਰ ਨੂੰ ਜੇ ਉਹ ਮੈਨੂੰ ਕੰਟੈਕਟ ਕਰਕੇ ਇਹ ਦੱਸਣ ਦੀ ਜ਼ਿੰਮੇਵਾਰੀ ਲੈਂਦਾ ਹੈ ਕਿ ਇਹ ਵਾਰਦਾਤ ਅਸੀਂ ਕੀਤੀ, ਜੋ ਕਿ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਵੀ ਲਈ, ਲੇਕਿਨ ਫਰਕ ਸੀ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਤਾਂ ਹੁਣ ਵੀ ਪੈ ਰਹੀਆਂ ਨੇ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀ ਖਬਰ ਫੇਕ ਹੈ, ਲੇਕਿਨ ਗੋਲਡੀ ਬਰਾੜ ਦਾ ਕੋਈ ਆਡੀਓ ਮੈਸੇਜ, ਕੋਈ ਵੀਡੀਓ ਮੇਰੇ ਕੋਲ ਤਾਂ ਕੋਈ ਫੋਨ ਨਹੀਂ ਆਇਆ ਕਿਸੇ ਹੋਰ ਪੱਤਰਕਾਰ ਕੋਲ ਜਾਂ ਕਿਸੇ ਹੋਰ ਸ਼ਖਸ ਕੋਲ ਜਿਸ ਦਾ ਕਮਿਊਨੀਕੇਸ਼ਨ ਗੋਲਡੀ ਬਰਾੜ ਦੇ ਨਾਲ ਹੋਇਆ ਹੈ। ਸੋ ਹੁਣ ਮੁੱਦਾ ਇੱਥੇ ਆ ਕੇ ਖੜਦਾ ਹੈ, ਰੁਕਦਾ ਹੈ ਕਿ ਆਪਾਂ ਇਹਨਾਂ ਨੂੰ ਤੀਰ ਮੰਨੀਏ ਕਿ ਤੁੱਕੇ ਬੰਨੀਏ। ਜੇ ਪੰਜਾਬ ਦੇ ਮੁੱਖ ਮੰਤਰੀ ਦੀ ਕਹੀ ਹੋਈ ਗੱਲ ਤੇ ਸਾਨੂੰ ਵਿਸ਼ਵਾਸ ਨਹੀਂ, ਕੁਝ ਮੈਂ ਅਜਿਹੇ ਵੀ ਟਿੱਪਣੀਕਾਰ ਵੇਖੇ ਨੇ, ਬਜ਼ੁਰਗ ਨੇ, ਉਮਰ ਦਰਾਜ਼ ਨੇ, ਲੇਕਿਨ ਆਪਣੇ ਸਿਆਸੀ ਮਫਾਦਾਂ ਦੇ ਵਿੱਚ ਉਹ ਐਡੇ ਕੁ
ਮੈਂ ਕਹਿੰਦਾ ਅੰਨੇ ਹੋ ਜਾਂਦੇ ਨੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਸੀਂ ਕਿਸੇ ਮੁੱਖ ਮੰਤਰੀ ਨੂੰ, ਇੱਕ ਹੈਡ ਆਫ ਦਾ ਸਟੇਟ ਨੂੰ ਕਿਵੇਂ ਸੰਬੋਧਨ ਕਰਦਾ ਹੈ, ਮਰਿਆਦਾ ਕੀ ਹੈ। ਠੀਕ ਹੈ, ਤੁਸੀਂ ਸਿਆਸੀ ਕਾਰਨਾਂ ਕਰਕੇ ਤੁਸੀਂ ਕਿਸੇ ਲੀਡਰ ਦੇ ਸਲਾਹਕਾਰ ਰਹਿ ਚੁੱਕੇ ਹੋ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਮੇਸ਼ਾ ਹੀ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਭੰਡੋ। ਤੇ ਇਹ ਚੀਜ਼ ਮੁੱਖ ਮੰਤਰੀ ਨੇ ਜ਼ਿੰਮੇਵਾਰੀ ਦੇ ਨਾਲ ਲਈ ਹੈ ਤੇ ਇਹਦੇ ਜਵਾਬਦੇਹੀ ਨੇ ਮੁੱਖ ਮੰਤਰੀ। ਮੇਰੇ ਚੈਨਲ ਜਾਂ ਮੇਰਾ ਇਸ ਮੰਚ ਦੇ ਉੱਤੇ ਗੱਲ ਕਰਨਾ ਤੇ ਬਾਅਦ ਦੇ ਵਿੱਚ ਉਸ ਗੱਲਬਾਤ ਦਾ ਸਹੀ ਜਾਂ ਗਲਤ ਨਿਕਲਣਾ ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਜਦੋਂ ਪੰਜਾਬ ਦਾ ਮੁੱਖ ਮੰਤਰੀ, ਜੋ ਕਿ ਗ੍ਰਹਿ ਮੰਤਰੀ ਹੈ, ਮੁੱਖ ਮੰਤਰੀ ਕੀ ਟੀਵੀ ਚੈਨਲਾਂ ਨੂੰ ਦੇਖ ਕੇ ਇਸ ਚੀਜ਼ ਦਾ ਦਾਅਵਾ ਕਰ ਦੇਗਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਹੈ? ਮੁੱਖ ਮੰਤਰੀ ਨੂੰ ਇਨਪੁਟ ਕਿਸਨੇ ਦੇਈ ਹੋਣੀ ਹੈ? ਪੰਜਾਬ ਦੇ ਡੀਜੀਪੀ ਨੇ। ਹੁਣ ਮੈਂ 21 ਨਵੰਬਰ ਦਾ ਕਲਿੱਪ ਤੁਹਾਡੀ ਨਜ਼ਰ ਕਰਦਾ ਹਾਂ। 21 ਨਵੰਬਰ ਨੂੰ ਜਦੋਂ ਆ ਜਿਹੜਾ ਡੇਰੇ ਸੱਚੇ ਸੌਦੇ ਦਾ ਪ੍ਰਦੀਪ ਸਿੰਘ ਮਾਰਿਆ ਤੇ ਇਸ ਤੋਂ ਬਾਅਦ ਧਰਪਕੜ ਸ਼ੁਰੂ ਹੋਈ, ਦਿੱਲੀ ਪੁਲਿਸ ਨੇ ਰਾਤੋਂ ਰਾਤ ਆ ਕੇ 12-14 ਘੰਟਿਆਂ ਦੇ ਵਿੱਚ ਕੁਝ ਬੰਦੇ ਫੜ ਲਏ, ਪੰਜਾਬ ਪੁਲਿਸ ਨੇ ਵੀ ਫੜੇ ਤੇ ਫਿਰ ਰਾਜਸਥਾਨ ਤੋਂ ਇੱਕ ਹੋਰ ਬੰਦਾ ਫੜਿਆ ਗਿਆ ਸੀ। ਜਿਸ ਦਿਨ 6ਵਾਂ ਜਿਹੜਾ ਸ਼ੂਟਰ ਸੀ ਇਸ ਹਮਲੇ ਦੇ ਵਿੱਚ, ਉਦੋਂ ਫੜਿਆ ਜਾਂਦਾ ਹੈ ਤਾਂ ਪੰਜਾਬ ਦੇ ਡੀਜੀਪੀ ਇੱਕ ਬਿਆਨ ਜਾਰੀ ਕਰਦੇ ਨੇ। ਮੈਂ ਹੁਣ 21 ਨਵੰਬਰ ਦਾ ਬਿਆਨ ਤੁਹਾਨੂੰ ਸੁਣਵਾਉਣਾ ਤੇ ਉਸ ਬਿਆਨ ਦਾ ਆਖਰੀ ਹਿੱਸਾ ਤੁਸੀਂ ਧਿਆਨ ਨਾਲ ਸੁਣਿਓ, ਜਿਸ ਵਿੱਚ ਉਹ ਇਹ ਕਹਿ ਰਹੇ ਨੇ ਕਿ ਗੋਲਡੀ ਬਰਾੜ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੈ ਤੇ ਉਸ ਨੂੰ ਅਸੀਂ ਸ਼ੀਘਰ ਹੀ ਭਾਰਤ ਲੈ ਕੇ ਆਵਾਂਗੇ। ਆ ਸੁਣਿਓ ਜਰਾ ਛੋਟਾ ਜਿਹਾ ਕਲਿੱਪ। ਪ੍ਰਦੀਪ ਸਿੰਘ ਦੀ ਟਾਰਗੇਟਡ ਕਿਲਿੰਗ ਦੇ ਵਿੱਚ ਅੱਜ ਪੰਜਾਬ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ, ਜਦੋਂ ਕਿ ਪੰਜਾਬ AGTF ਦੀ ਟੀਮ ਨੇ ਜੈਪੁਰ ਤੋਂ 6th ਸ਼ੂਟਰ ਰਮਜ਼ਾਨ ਖਾਨ ਉਰਫ ਰਾਜ ਹੁੱਡਾ ਨੂੰ ਗ੍ਰਿਫਤਾਰ ਕੀਤਾ। ਇਸ ਟਾਰਗੇਟਡ ਕਿਲਿੰਗ ਦਾ ਸੂਤਰਧਾਰ ਨਾਰਥ ਅਮਰੀਕਾ ਬੇਸਡ ਗੋਲਡੀ ਬਰਾੜ ਹੈ, ਜਿਸ ਦਾ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ ਤੇ ਉਹਨੂੰ ਸ਼ੀਘਰ ਹੀ ਪੰਜਾਬ ਲਿਆਇਆ ਜਾਊਗਾ। ਸੋ ਤੁਸੀਂ ਸੁਣਿਆ, ਹਿੰਦੀ ਦਾ ਸ਼ਬਦ ਹੈ ਸ਼ੀਘਰ ਦਾ ਮਤਲਬ ਜਲਦੀ ਹੀ ਭਾਰਤ ਲੈ ਕੇ ਆਵਾਂਗੇ। ਤੇ ਇੱਕ ਡੀਜੀਪੀ ਜਿਹੜਾ ਪੰਜਾਬ ਦਾ ਹੈ, ਜੇ ਉਸਦੇ ਹੱਥ ਦੇ ਵਿੱਚ ਦੁਨੀਆ ਦੇ ਵਿੱਚ 7 ਸਮੁੰਦਰ ਪਾਰ ਬੈਠਾ ਇੱਕ ਗੈਂਗਸਟਰ, ਇੱਕ ਕ੍ਰਿਮੀਨਲ ਜੋ ਕਿ ਮਹੀਨਿਆਂ ਤੋਂ ਭਗੌੜਾ ਹੈ, ਰੈੱਡ ਕਾਰਨਰ ਨੋਟਿਸ ਉੱਤੇ ਉਸਦਾ ਅੱਜ ਤੱਕ ਪਤਾ ਨਹੀਂ ਹੈ, ਜਦ ਤੱਕ ਉਹ ਪੁਲਿਸ ਦੇ ਹੱਥ ਵਿੱਚ ਜਾਂ ਕਿਸੇ ਰਡਾਰ ਦੇ ਉੱਤੇ ਨਹੀਂ ਹੈ, ਤਦ ਤੱਕ ਕੀ ਡੀਜੀਪੀ ਇਸ ਚੀਜ਼ ਦਾ ਦਾਅਵਾ ਕਰ ਸਕਦੇ ਸੀ? ਇਹ ਚੀਜ਼ ਬਹੁਤ ਲੋਕਾਂ ਨੇ ਨੋਟਿਸ ਵੀ ਕੀਤੀ ਹੋਏਗੀ ਤੇ ਇਹ ਚੀਜ਼ ਨੂੰ ਕਈ ਲੋਕ ਮਿਸ ਕਰ ਗਏ, ਈਵਨ ਮੈਂ ਮਿਸ ਕਰ ਗਿਆ। ਮੈਨੂੰ ਵੀ ਲੱਗਾ ਵੀ ਇਹ ਕਿਸ ਭਰੋਸੇ ਦੇ ਨਾਲ ਕਹਿ ਰਹੇ, ਲੇਕਿਨ ਕਿਉਂਕਿ ਉਸ ਵਕਤ ਤੱਕ ਸਾਡੇ ਕੋਲ ਇਨਪੁਟ ਆਉਣੀਆਂ ਸ਼ੁਰੂ ਹੋ ਚੁੱਕੀਆਂ ਸੀ। ਮੈਂ ਤੁਹਾਨੂੰ ਜ਼ਿਕਰ ਕੀਤਾ 20 ਨਵੰਬਰ ਤੇ 21 ਨਵੰਬਰ ਦੀ ਸਟੇਟਮੈਂਟ ਹੈ। ਤੁਸੀਂ ਪੰਜਾਬ ਪੁਲਿਸ ਦੇ ਟਵਿੱਟਰ ਹੈਂਡਲ ਤੇ ਜਾਓ ਤੇ ਜਾ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਉਸ ਦਿਨ ਦੀ ਸਟੇਟਮੈਂਟ, ਉਸ ਦਿਨ ਦਾ ਬਿਆਨ ਪੜ੍ਹ ਲਓ। ਸ਼ਾਇਦ ਉਹਨਾਂ ਨੇ ਪ੍ਰੈਸ ਨੋਟ ਦੇ ਵਿੱਚ ਵੀ ਜਿਹੜਾ ਸਰਕਾਰ ਨੇ ਇਸ਼ੂ ਕੀਤਾ ਇਹੀ ਗੱਲ ਕਹੀ ਸੀ। ਸੋ ਡੀਜੀਪੀ ਕੀ ਐਡਾ ਵੱਡਾ ਦਾਅਵਾ ਕਰ ਸਕਦਾ ਸੀ ਕਿ ਐਡੇ ਹਾਈ ਲੈਵਲ ਦੇ ਉੱਤੇ ਜਿਹੜਾ ਆਪਰੇਸ਼ਨ ਚੱਲਦਾ ਪਿਆ ਹੈ ਉਸ ਬਾਰੇ ਤਾਂ ਹੀ ਕੋਈ ਗੱਲ ਕਹੀ ਜਾ ਸਕਦੀ ਸੀ ਨਾ, ਜੇ ਉਹਨਾਂ ਦੇ ਹੱਥ ਪੱਲੇ ਕੁਛ ਸੀ। ਤੇ ਇਹੀ ਦਾਅਵਾ ਉਸ ਦਿਨ ਗੌਰਵ ਯਾਦਵ ਹੋਰਾਂ ਨੇ ਕੀਤਾ। ਤੇ ਪੰਜਾਬ ਦੇ ਮੁੱਖ ਮੰਤਰੀ ਨੂੰ 2 ਦਸੰਬਰ ਨੂੰ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਦਾਅਵਾ ਕੀਤਾ ਕਿ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਹੈ, ਹਾਲਾਂਕਿ ਉਹ ਇੱਕ ਸਿਆਸੀ ਪ੍ਰੈਸ ਕਾਨਫਰੰਸ ਹੋ ਰਹੀ ਸੀ, ਉਸ ਵਕਤ ਕਿਸ ਨੇ ਬਰੀਫ ਕੀਤਾ ਹੋਏਗਾ? ਪੰਜਾਬ ਦੇ ਡੀਜੀਪੀ ਨੇ। ਸੋ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਡੀਜੀਪੀ ਡਾਇਰੈਕਟਲੀ ਇਨਵੋਲਵਡ ਹੈਗੇ ਨੇ ਘੱਟੋ ਘੱਟ ਇਸ ਪੂਰੇ ਦੇ ਪੂਰੇ ਪ੍ਰੋਸੈਸ ਦੇ ਵਿੱਚ। ਐਡੇ ਵੱਡੇ ਤੇ ਐਡੇ ਜ਼ਿੰਮੇਦਾਰ ਅਹੁਦਿਆਂ ਤੇ ਬੈਠੇ ਹੋਏ 2 ਟੌਪ ਮੋਸਟ ਲੋਕ ਜੇ ਤੁਹਾਨੂੰ ਇਹ ਕਹਿ ਰਹੇ ਨੇ, ਜਾਂ ਤੋ ਇਹ ਚੀਜ਼ ਮੰਨਣ ਦਾ ਤੁਹਾਡੇ ਕੋਲ ਸਬਬ ਹੈ, ਠੀਕ ਹੈ। ਖੁਦ ਡੀਜੀਪੀ ਨੇ ਨਹੀਂ ਇਸ ਬਾਰੇ ਟਵੀਟ ਕੀਤਾ, ਬਿਆਨ ਦਿੱਤਾ, ਲੇਕਿਨ ਉਹਨਾਂ ਨੇ ਮੁੱਖ ਮੰਤਰੀ ਤੋਂ ਦਵਾਤਾ ਹੈ ਬਿਆਨ, ਕਿਉਂਕਿ ਲੱਗਾ ਵੀ ਵੱਡੀ ਪ੍ਰਾਪਤੀ ਹੈ ਤੇ ਮੁੱਖ ਮੰਤਰੀ ਐਲਾਨ ਕਰੇ ਤਾਂ ਜ਼ਿਆਦਾ ਬੈਟਰ ਹੈ। ਤਾਂ ਫਿਰ ਉਸ ਤੋਂ ਬਾਅਦ ਸੰਸਾ ਕਿਸ ਚੀਜ਼ ਦਾ? ਹਾਂ ਠੀਕ ਹੈ, ਉਸ ਦੀ ਡਿਟੈਂਸ਼ਨ ਦੇ ਵਿੱਚ, ਉਸ ਦੀ ਐਕਸਟ੍ਰੈਡੀਸ਼ਨ ਦੇ ਵਿੱਚ ਕੁਝ ਦਿੱਕਤਾਂ ਆ ਜਾਣ, ਕੱਲ ਨੂੰ ਕੋਈ ਹੋਰ ਅੜਿੱਕਾ ਆ ਜਾਏ, ਕੋਈ ਵੱਖਰਾ ਵਿਸ਼ਾ ਹੈ। ਸੋ ਜਿਹੜੇ ਵੀ ਲੋਕ ਇਹ ਸੰਸੇ ਕ੍ਰੀਏਟ ਕਰ ਰਹੇ ਨੇ ਉਹ ਸੁਤੰਤਰ ਨੇ। ਇਹ ਭੁਲੇਖੇ ਲੋਕਾਂ ਨੇ ਪਹਿਲਾਂ ਵੀ ਪਾਏ ਸੀ। ਮੈਂ ਤਾਂ ਆਪਣੀ ਪਹਿਲੀ ਰਿਪੋਰਟ ਵਿੱਚ ਵੀ ਜ਼ਿਕਰ ਕੀਤਾ ਕਿ ਲੋਕ ਜਦੋਂ 29 ਮਈ ਨੂੰ ਗੋਲਡੀ ਬਰਾੜ ਮੈਨੂੰ ਫੋਨ ਕਰਦਾ ਹੈ, ਲੋਕਾਂ ਨੇ 29 ਮਈ ਤੋਂ ਲੈ ਕੇ 20 ਜੂਨ ਤੱਕ, ਜਦ ਤੱਕ ਉਸਦੀ ਇੰਟਰਵਿਊ ਨਹੀਂ ਰਿਕਾਰਡ ਹੋ ਗਈ ਫੋਨ ਦੇ ਉੱਤੇ ਜੋ ਮੈਂ WhatsApp ਕਾਲ ਦੇ ਉੱਤੇ ਕੀਤੀ, ਤਦ ਤੱਕ 20 ਦਿਨ ਲੋਕ ਮੈਨੂੰ ਇਹ ਸਵਾਲ ਪੁੱਛਦੇ ਰਹੇ ਜੀ ਜੇ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ, ਤੁਹਾਡੇ ਕੋਲ ਜੇ ਕੋਈ ਸਬੂਤ ਹੈ ਤਾਂ ਤੁਸੀਂ ਰਿਕਾਰਡਿੰਗ ਪਾਓ। ਲੋਕਾਂ ਨੂੰ ਪਤਾ ਹੀ ਨਹੀਂ ਕਿਉਂ ਲੱਗਦਾ ਵੀ ਰਿਕਾਰਡਿੰਗਾਂ ਤੇ ਕੈਮਰੇ ਅਸੀਂ ਹਮੇਸ਼ਾ ਹਰ ਥਾਂ ਲੈ ਕੇ ਬੈਠੇ ਹੁੰਦੇ ਹਾਂ ਤੇ ਐਡਾ ਸੌਖਾ ਕੰਮ ਹੈ, ਕਿਸੇ ਦੀ ਵੀ ਰਿਕਾਰਡਿੰਗ ਕਰ ਲਈ, ਫੋਨ ਤੇ ਸੁਣ ਲਿਆ ਤੇ ਗੱਲ ਕਰਤੀ, ਹੈ ਨਾ। ਕਿਸੇ ਦੇ ਨਾਲ ਅਸੀਂ ਫੋਨ ਤੇ ਜੇ ਗੱਲ ਕਰਦੇ ਹਾਂ ਤਾਂ ਸਾਨੂੰ ਉਸ ਤੋਂ ਪੁੱਛਣਾ ਪੈਂਦਾ ਹੈ। ਅਸੀਂ ਉਸ ਤੋਂ ਪੁੱਛਦੇ ਹਾਂ, ਇਹ ਸਾਡੇ ਐਥਿਕਸ ਨੇ ਕਿ ਅਸੀਂ ਤੇਰੀ ਗੱਲਬਾਤ ਰਿਕਾਰਡ ਕਰਦੇ ਪਏ, ਕਿ ਇਹ ਰਿਕਾਰਡ ਨੂੰ ਅਸੀਂ ਵਰਤ ਸਕਦੇ ਹਾਂ, ਨਹੀਂ ਵਰਤ ਸਕਦੇ। ਹਾਲਾਂਕਿ ਜਦੋਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਦਾ ਮੈਨੂੰ ਫੋਨ ਆਉਂਦਾ, ਉਸ ਵਕਤ ਇੰਨਾ ਸਮਾਂ ਨਹੀਂ ਸੀ, ਨਾ ਮੇਰੇ ਕੋਲ ਕੋਈ ਨੇੜੇ ਤੇੜੇ ਕੋਈ ਉਸ ਤਰੀਕੇ ਦੀ ਕੋਈ ਅਜਿਹੀ ਰਿਕਾਰਡਿੰਗ ਡਿਵਾਈਸ ਛੇਤੀ ਅਵੇਲੇਬਲ ਹੋ ਪਾਈ, ਲੇਕਿਨ ਛੇਤੀ ਅਵੇਲੇਬਲ ਨਹੀਂ ਹੋ ਪਾਈ। ਸੋ ਰਿਕਾਰਡਿੰਗ ਦਾ ਕਾਰਨ ਨਹੀਂ ਸੀ। ਤੇ ਜੇ ਰਿਕਾਰਡਿੰਗ ਹੋ ਵੀ ਜਾਂਦੀ ਤਾਂ ਵੀ ਮੈਂ ਉਸ ਨੂੰ ਸ਼ੇਅਰ ਕਿਵੇਂ ਕਰ ਸਕਦਾ ਸੀਗਾ? ਜੇ ਮੈਂ ਉਹ ਸ਼ੇਅਰ ਕਰਨਾ ਹੋਏਗਾ ਤਾਂ ਉਹ ਮੈਂ ਕਿਸੇ ਅਦਾਲਤ ਦੇ ਵਿੱਚ ਜਾਂ ਕਿਸੇ ਪੁਲਿਸ ਕੋਲ ਸ਼ੇਅਰ ਕਰਾਂਗਾ, ਉਸ ਨੂੰ ਮੈਨੂੰ ਪਬਲਿਕ ਦੇ ਵਿੱਚ ਉਸੇ ਵਕਤ 30 ਮਈ ਨੂੰ ਜਾਂ 1 ਜੂਨ ਨੂੰ ਨਸ਼ਰ ਕਰਕੇ ਆਪਣੇ ਵਿਊਜ਼ ਬਟੋਰਨ ਲਈ ਵਰਤਣਾ ਪਵੇ। ਇਸ ਤੋਂ ਜ਼ਿਆਦਾ ਤਾਂ ਮੰਦਭਾਗੀ ਗੱਲ ਨਹੀਂ ਨਾ ਹੋ ਸਕਦੀ। ਹਾਂ, ਜਦੋਂ 20 ਜੂਨ ਨੂੰ ਰਿਕਾਰਡਿੰਗ ਸਾਡੀ ਹੁੰਦੀ ਹੈ, ਗੋਲਡੀ ਬਰਾੜ ਇਸ ਚੀਜ਼ ਲਈ ਮੰਨਦਾ ਹੈਗਾ ਕਿ ਠੀਕ ਹੈ ਮੈਂ ਆਪਣੀ ਜਿਹੜੀ ਗੱਲਬਾਤ ਕਰਾਂਗਾ ਆਪਾਂ ਰਿਕਾਰਡ ਕਰ ਸਕਦੇ ਹਾਂ,
ਉਸ ਤੋਂ ਬਾਅਦ ਆਪਾਂ ਰਿਕਾਰਡਿੰਗ ਕੀਤੀ ਵੀ ਤੇ ਸਭ ਦੇ ਸਾਹਮਣੇ ਨਸ਼ਰ ਵੀ ਕੀਤੀ ਤੇ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੈਗੀਆਂ ਤੇ ਉਸ ਵਿੱਚ ਉਸਨੇ ਉਹੀ ਗੱਲਾਂ ਬਾਤਾਂ ਨੂੰ ਦੁਹਰਾਇਆ। 21 ਦਿਨ ਤੱਕ ਲੋਕਾਂ ਨੂੰ ਭਰੋਸਾ ਨਹੀਂ ਹੋਇਆ ਵੀ ਗੋਲਡੀ ਬਰਾੜ, ਲੋਕਾਂ ਨੇ ਤਾਂ ਕਈ ਮਹੀਨਿਆਂ ਤੱਕ ਇਹ ਭਰੋਸਾ ਨਹੀਂ ਕੀਤਾ ਵੀ ਗੋਲਡੀ ਬਰਾੜ ਕੋਈ ਬੰਦਾ ਵੀ ਹੈ ਜਾਂ ਨਹੀਂ ਹੈ। ਅੱਜ ਉਸ ਦੀ ਡਿਟੈਂਸ਼ਨ ਹੋ ਗਈ ਹੈ, ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ, ਲੋਕਾਂ ਨੂੰ ਉਸ ਉੱਤੇ ਭਰੋਸਾ ਨਹੀਂ। ਤੇ ਬੜੇ ਤਜਰਬੇਕਾਰ ਜਦੋਂ ਬੰਦੇ ਇਹੋ ਜਿਹੀ ਗੱਲਾਂ ਕਰਦੇ ਨੇ ਮੈਨੂੰ ਹੈਰਾਨੀ ਹੁੰਦੀ ਹੈ। ਹੁਣ ਕਈ ਜਿਹੜੇ ਆਪਣੇ ਆਪ ਨੂੰ ਐਕਸਪਰਟ ਮੰਨਦੇ ਨੇ ਤੇ ਹੈਗੇ ਵੀ ਨਹੀਂ, ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬੜੇ ਤਜਰਬੇ ਲਏ ਹੋਣਗੇ, ਲੇਕਿਨ ਹਰ ਵਾਰ ਤਜਰਬੇ ਸੇਮ ਨਹੀਂ ਹੁੰਦੇ ਤੇ ਹਰ ਬੰਦੇ ਨਾਲ ਹਰ ਤਜਰਬਾ ਨਹੀਂ ਹੋ ਸਕਦਾ ਨਾ। ਹਰ ਆਦਮੀ ਦੇ ਆਪਣੇ ਹਾਲਾਤ ਹੁੰਦੇ ਨੇ, ਉਹਦੀ ਆਪਣੀ ਸਰਕਮਸਟੈਂਸਿਸ ਹੁੰਦੇ ਨੇ। ਹੁਣ ਉਹ ਕਹਿੰਦੇ ਨੇ ਕਿ ਜੀ ਐਕਸਟ੍ਰੈਡੀਸ਼ਨ ਡਿਪੋਰਟੇਸ਼ਨ ਐਡੀ ਸੌਖੀ ਨਹੀਂ, ਐਡੀ ਔਖੀ ਨਹੀਂ, ਜੇਲ੍ਹਾਂ ਦੇ ਵਿੱਚ ਤਾਂ ਆਹ ਪ੍ਰੋਟੋਕੋਲ ਹੁੰਦਾ ਹੈ। ਹੁਣ ਉਹਨਾਂ ਨੂੰ ਕੀ ਪਤਾ ਹੈ ਕਿ ਉੱਥੇ ਕੀ ਹੋ ਰਿਹਾ ਹੈ। ਕੁਝ ਲੋਕ ਕਹਿੰਦੇ ਨੇ ਅਮਰੀਕਾ ਦੇ ਵਿੱਚ ਐਵੇਂ ਥੋੜ੍ਹਾ ਨਾ ਹੁੰਦਾ ਜੀ ਕਿ ਤੁਸੀਂ ਬਿਨਾਂ ਕਿਸੇ ਉਸਦੇ ਰਿਕਾਰਡ ਤੇ ਬੰਦੇ ਨੂੰ ਕਾਬੂ ਕਰ ਲਓ। ਮੈਨੂੰ ਲੱਗਦਾ ਜਿਹੜੇ ਲੋਕ ਇਹ ਕਹਿੰਦੇ ਨੇ ਉਹਨਾਂ ਨੇ ਗੁਆਂਟਾਨਾਮੋ ਬੇ ਦਾ ਨਾਂ ਕਦੇ ਸੁਣਿਆ ਨਹੀਂ ਹੈ। ਤੁਸੀਂ ਗੁਆਂਟਾਨਾਮੋ ਬੇ ਦਾ ਜਿਹੜਾ ਪ੍ਰਿਜ਼ਨ ਕੈਂਪ ਹੈ ਕਿਊਬਾ ਦੇ ਵਿੱਚ ਹੈ, ਬੀਤੇ ਤਕਰੀਬਨ 21 ਸਾਲ ਹੋ ਚੁੱਕੇ ਨੇ। 9/11 ਤੋਂ ਬਾਅਦ ਅਮਰੀਕਾ ਨੇ ਉੱਥੇ ਇੱਕ ਬੇਸ ਕੈਂਪ ਬਣਾਇਆ ਸੀਗਾ ਜੋ ਕਿ ਬੇਸਿਕਲੀ ਇੱਕ ਜੇਲ੍ਹ ਸੀ, ਪ੍ਰਿਜ਼ਨ ਸੀ। ਗੁਆਂਟਾਨਾਮੋ ਬੇ ਉਸ ਦਾ ਨਾਂ ਹੈ, ਉਸ ਨੂੰ ਕੈਂਪ ਕਿਹਾ ਜਾਂਦਾ। ਉਸਦੇ ਅਲੱਗ-ਅਲੱਗ ਡਿਵੀਜ਼ਨਸ ਦੇ ਉਸ ਦੇ ਵਿੱਚ 279 ਪ੍ਰਿਜ਼ਨਰਸ ਰਹੇ ਨੇ ਇਹਨਾਂ ਤਮਾਮ ਸਾਲਾਂ ਦੇ ਵਿੱਚ ਵਿਦਆਊਟ ਟਰਾਇਲ, ਬਿਨਾਂ ਦਲੀਲ, ਬਿਨਾਂ ਤਕਰੀਰ, ਬਿਨਾਂ ਕੇਸ, ਬਿਨਾਂ ਮੁਕੱਦਮੇ 280 ਬੰਦਿਆਂ ਨੂੰ ਡਿਟੇਨ ਕਰਕੇ ਰੱਖਿਆ ਗਿਆ। ਤੇ ਇਸ ਜਿਹੜੀ ਗੁਆਂਟਾਨਾਮੋ ਬੇ ਦੀ ਫੈਸਿਲਿਟੀ ਹੈ ਉਸ ਨੂੰ ਕ੍ਰੀਏਟ ਹੀ ਇਸ ਵਾਸਤੇ ਕੀਤਾ ਗਿਆ ਸੀ ਕਿਉਂਕਿ ਜਿਹੜੀ ਵਾਰ ਅਗੇਂਸਟ ਟੈਰਰ ਸੀ ਅਮਰੀਕਾ ਦੀ, ਉਸ ਦਾ ਇੱਕ ਮਨੋਰਥ ਇਹ ਸੀ ਵੀ ਅਮਰੀਕਾ ਦੇ ਵਿੱਚ ਮਨੁੱਖੀ ਜਿਹੜੇ ਹਕੂਕ ਨੇ ਮਨੁੱਖੀ ਅਧਿਕਾਰ ਹੈਗੇ ਨੇ, ਉਹਨਾਂ ਦੇ ਜਿਹੜੇ ਪੈਰੋਕਾਰ ਨੇ ਤੁਹਾਨੂੰ ਬੜੀ ਵੱਡੀਆਂ ਚੁਣੌਤੀਆਂ ਦੇ ਸਕਦੇ ਨੇ ਤੇ ਤੁਸੀਂ ਵਾਰ ਅਗੇਂਸਟ ਟੈਰਰ ਨੂੰ ਲੜ ਹੀ ਨਹੀਂ ਸਕਦੇ ਜੇ ਤੁਸੀਂ ਹਿਊਮਨ ਰਾਈਟਸ ਦੇ ਪੈਮਾਨੇ ਨੂੰ ਲਾਗੂ ਕਰੋ। ਇਹ ਅਮਰੀਕਾ ਦੀ ਉਸ ਵਕਤ ਦੇ ਜੋਰਜ ਡਬਲਿਊ ਬੁਸ਼ ਦੀ ਸੋਚ ਸੀ। ਤੇ ਉਹਨਾਂ ਨੇ ਇੱਕ ਫੈਸਿਲਿਟੀ ਕ੍ਰੀਏਟ ਕੀਤੀ ਜੋ ਕਿ ਗੁਆਂਟਾਨਾਮੋ ਬੇ ਪ੍ਰਿਜ਼ਨ ਕੈਂਪ ਅੱਜ ਤੱਕ ਉਹ ਚੱਲਦਾ ਤੇ ਅੱਜ ਵੀ ਆਈ ਥਿੰਕ 40-41 ਦੇ ਆਸ-ਪਾਸ ਉੱਥੇ ਪ੍ਰਿਜ਼ਨਰਸ ਨੇ ਬਿਨਾਂ ਟਰਾਇਲ, ਬਿਨਾਂ ਮੁਕੱਦਮਿਆਂ ਦੇ। ਸਿਰਫ ਇੱਕ ਜਿਹੜਾ ਇੰਨੇ ਸਾਲਾਂ ਦੇ ਵਿੱਚ ਇੱਕ ਕੈਦੀ ਦੱਸਿਆ ਜਾਂਦਾ ਜਿਸ ਦਾ ਟਰਾਇਲ ਜਾ ਕੇ ਅਮਰੀਕਾ ਦੀ ਅਦਾਲਤ ਦੇ ਵਿੱਚ ਹੋ ਪਾਇਆ। ਸੋ ਜਿਨ੍ਹਾਂ ਨੂੰ ਗੁਆਂਟਾਨਾਮੋ ਬੇ ਦਾ ਕਨਸੈਪਟ ਨਹੀਂ ਪਤਾ, ਇਹ ਇੱਕ ਅਜਿਹਾ ਕਹਿ ਲਓ ਕਿ ਆਈਲੈਂਡ ਕ੍ਰੀਏਟ ਕਰ ਲਿਆ ਗਿਆ ਜਿੱਥੇ ਕਿ ਅਮਰੀਕਾ ਦੇ ਲਾਅ ਲਾਗੂ ਨਹੀਂ ਹੁੰਦੇ। ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲਬਾਤ, ਉਹ ਜਿਹੜਾ ਕਿ ਪੂਰਾ ਦਾ ਪੂਰਾ ਸਿਸਟਮ ਹੈ, ਇਸ ਦੇ ਖਿਲਾਫ ਐਮਨੈਸਟੀ ਇੰਟਰਨੈਸ਼ਨਲ ਨੇ ਬਹੁਤ ਸਖਤ ਸਟੈਂਡ ਲੈ ਕੇ ਅਮਰੀਕਾ ਇਹ ਸਾਰੀਆਂ ਚੀਜ਼ਾਂ ਕਿਉਂ ਕਰਦਾ ਰਿਹਾ ਨੇ ਦਿਨਾਂ ਦੇ ਵਿੱਚ। ਲੇਕਿਨ ਅਮਰੀਕਾ ਸਰਕਾਰ ਦੇ ਆਪਣੇ ਤਰਕ ਹੈ ਵੀ ਸਾਡੇ ਉੱਤੇ ਐਡੇ ਵੱਡੇ ਟਵਿਨ ਟਾਵਰ ਉੱਤੇ ਜਿਹੜੇ ਹਮਲੇ ਹੋਏ, ਸਾਡੇ ਹਜ਼ਾਰਾਂ ਬੰਦੇ ਉਸ ਵਿੱਚ ਮਾਰੇ ਗਏ, ਐਡਾ ਵੱਡਾ ਅੱਤਵਾਦੀ ਦਹਿਸ਼ਤਗਰਦੀ ਹਮਲਾ ਸੀ ਤੇ ਉਸ ਦੇ ਖਿਲਾਫ ਜੇ ਲੜਾਈ ਲੜਨੀ ਪਏਗੀ ਤਾਂ ਅਸੀਂ ਅਫਗਾਨਿਸਤਾਨ ਜਾਂ ਇਰਾਕ 'ਚੋਂ ਜੇ ਕੋਈ ਬੰਦੇ ਚੁੱਕਦੇ ਹਾਂ, ਅਸੀਂ ਉਹਨਾਂ ਤੇ ਟਰਾਇਲ ਨਹੀਂ ਚਲਾਵਾਂਗੇ ਤੇ ਅਸੀਂ ਉਹਨੂੰ ਗੁਆਂਟਾਨਾਮੋ ਬੇ ਜੋ ਕਿ ਬੇਸਿਕਲੀ ਕਿਊਬਾ ਦੀ ਟੈਰੀਟਰੀ ਪੈਂਦੀ ਹੈ, ਉੱਥੇ ਅਸੀਂ ਆਪਣੀ ਫੈਸਿਲਿਟੀ ਕ੍ਰੀਏਟ ਕਰਕੇ ਉਸ ਨੂੰ ਰੱਖਾਂਗੇ ਵਿਚ ਇਜ਼ ਨਾਟ ਲੀਗਲ ਐਟ ਦ ਸੇਮ ਪੁਆਇੰਟ ਇਨ ਟਾਈਮ। ਲੇਕਿਨ ਤੁਸੀਂ ਕਹਿ ਨਹੀਂ ਸਕਦੇ ਕਿ ਉਹ ਐਗਜ਼ਿਸਟ ਨਹੀਂ ਕਰਦੀ ਹੈ, ਉਹ ਬਾਕਾਇਦਾ ਅਮਰੀਕਾ ਦੀ ਸਕੀਮ ਆਫ ਥਿੰਗਸ ਦੇ ਵਿੱਚ ਐਗਜ਼ਿਸਟ ਕਰਦੀ ਹੈ। ਹੁਣ ਜਦੋਂ ਆਪਾਂ ਗੋਲਡੀ ਬਰਾੜ ਦੀ ਡਿਟੈਂਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਅਜਿਹੀ ਡਿਟੈਂਸ਼ਨ ਸੈਂਟਰਸ ਨੂੰ ਕਿਉਂ ਭੁੱਲ ਜਾਂਦੇ ਹਾਂ ਤੇ ਕਿਉਂ ਭੁੱਲ ਜਾਂਦੇ ਹਾਂ ਕਿ ਕੀ ਗੋਲਡੀ ਬਰਾੜ ਉਸ ਡਿਟੈਂਸ਼ਨ ਸੈਂਟਰ ਜਾਂ ਉਹੋ ਜਿਹੇ ਕਿਸੇ ਡਿਟੈਂਸ਼ਨ ਸੈਂਟਰ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ, ਨਹੀਂ ਹੋ ਸਕਦਾ। ਮੈਂ ਨਹੀਂ ਕਹਿੰਦਾ ਕਿ ਗੁਆਂਟਾਨਾਮੋ ਬੇ ਦੇ ਵਿੱਚ ਗੋਲਡੀ ਬਰਾੜ ਨੂੰ ਲੱਗੇ ਹੋਣਗੇ, ਲੇਕਿਨ ਇਹ ਚੀਜ਼ ਯਾਦ ਰੱਖੋ ਤੁਸੀਂ, ਜਿਹੜਾ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਹੈ ਤੇ ਰੈੱਡ ਕਾਰਨਰ ਨੋਟਿਸ ਤੋਂ ਬਾਅਦ ਮੈਂ ਬਾਰ-ਬਾਰ ਜ਼ਿਕਰ ਕੀਤਾ ਹੈ ਕਿ ਦਿੱਲੀ ਪੁਲਿਸ ਨੇ 2-3 ਅਲੱਗ-ਅਲੱਗ FIRਾਂ ਦਰਜ ਕੀਤੀਆਂ। ਬਾਅਦ ਦੇ ਵਿੱਚ ਉਹਨਾਂ FIRਾਂ ਨੂੰ ਹਫ਼ਤੇ ਦੇ ਵਿੱਚ NIA ਨੇ ਟੇਕ ਓਵਰ ਕਰ ਲਿਆ। UAP ਦੇ ਸੈਕਸ਼ਨ ਲਾਤੇ ਗਏ, ਲਾਰੈਂਸ ਬਿਸ਼ਨੋਈ ਦੇ ਜਾਂ ਜਿਹੜੇ ਕੌਸ਼ਲ ਚੌਧਰੀ ਵਰਗੇ ਗੈਂਗ ਸੀ ਜਿਨ੍ਹਾਂ ਵਿੱਚ ਗੋਲਡੀ ਬਰਾੜ ਵੀ ਆਉਂਦੇ ਨੇ। ਸੋ ਇਹਨਾਂ ਦੇ ਖਿਲਾਫ ਭਾਰਤ ਦੇ ਵਿੱਚ UAP ਦੇ ਸੈਕਸ਼ਨ ਲੱਗ ਗਏ। ਸੋ ਕੱਲਾ ਸਿੱਧੂ ਮੂਸੇਵਾਲਾ ਜਾਂ ਹੋਰ ਵਾਰਦਾਤਾਂ ਵਾਲੇ ਕੇਸ ਨਹੀਂ, ਬਲਕਿ ਇਹਨਾਂ ਦੇ ਖਿਲਾਫ UAP ਦੇ ਅੰਡਰ ਟੈਰਰ ਚਾਰजेस ਇੰਪੋਜ਼ ਕੀਤੇ ਗਏ ਨੇ। ਹੁਣ ਤੁਸੀਂ ਕਹਾਣੀ ਜੋੜੋ ਜਰਾ ਸਾਰੀ ਗੱਲਬਾਤ ਨੂੰ ਕਿ ਇਹ ਐਕਟ ਆਫ ਟੈਰਰ ਜਾਂ ਟੈਰਰਿਸਟ ਆਪਰੇਸ਼ਨਸ ਦੇ ਵਿੱਚ ਨੋਟੀਫਾਈਡ ਕੈਟਾਗਰੀ ਦੇ ਵਿੱਚ ਵੀ ਗੋਲਡੀ ਬਰਾੜ ਨੂੰ ਰੱਖਿਆ ਗਿਆ ਐਂਡ ਸ਼ਾਇਦ ਉਸ ਦਾ ਪਰਪਸ ਇਹੀ ਸੀ। ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਕੜੀਆਂ ਜੋੜਨ ਦੀ ਕੋਸ਼ਿਸ਼ ਕਰੋ ਕਿ ਅਦਰਵਾਈਜ਼ ਕੋਈ ਐਸੀ ਘਟਨਾ ਨਹੀਂ ਹੋਈ ਸੀ ਜਿਸ ਦੇ ਚੱਲਦਿਆਂ ਦਿੱਲੀ ਪੁਲਿਸ ਨੇ 2 ਜਾਂ 3 FIRਾਂ ਰਜਿਸਟਰ ਕੀਤੀਆਂ। ਉਸ ਤੋਂ ਬਾਅਦ 3 ਜਾਂ 4 ਦਿਨਾਂ ਦੇ ਵਕਫੇ ਦੇ ਵਿੱਚ NIA ਨੇ ਇਨਵੈਸਟੀਗੇਸ਼ਨ ਟੇਕ ਓਵਰ ਕੀਤੀ। 12 ਸਤੰਬਰ ਤੋਂ ਸ਼ੁਰੂ ਹੋਇਆ ਪ੍ਰੋਸੈਸ, ਅੱਜ 3 ਰੇਡਾਂ ਹੋ ਚੁੱਕੀਆਂ ਨੇ। ਸਤੰਬਰ, ਅਕਤੂਬਰ ਤੇ 3 ਦਿਨ ਪਹਿਲਾਂ NIA ਨੇ ਫਿਰ ਛਾਪੇਮਾਰੀ ਕੀਤੀ। ਜਿੰਨੇ ਵੀ ਗੈਂਗਸਟਰ ਸੀ, ਚਾਹੇ ਉਹ ਲੱਕੀ ਪਟਿਆਲ ਸੀ, ਚਾਹੇ ਉਹ ਜੱਗੂ ਭਗਵਾਨਪੁਰੀਆ ਸੀ, ਲਾਰੈਂਸ ਬਿਸ਼ਨੋਈ ਸੀ, ਕੌਸ਼ਲ ਚੌਧਰੀ ਸੀ, ਗੋਲਡੀ ਬਰਾੜ ਸੀ, ਇਹਨਾਂ ਦੇ ਸਾਰਿਆਂ ਦੇ ਠਿਕਾਣਿਆਂ ਦੇ ਉੱਤੇ ਦੁਬਾਰਾ ਪਿਛਲੇ 3 ਮਹੀਨੇ ਤੋਂ ਛਾਪੇਮਾਰੀ ਚੱਲਦੀ ਪਈ ਹੈ। ਉਹ ਉਹਨਾਂ ਹੀ FIRਾਂ ਦੇ ਜਿਹੜੇ RC ਕੇਸ I think 38-39 ਸੀ, ਉਹਨਾਂ ਦੇ ਵਿੱਚ NIA ਨੇ ਪੂਰੀ ਕਾਰਵਾਈ ਲੈ ਕੇ ਸੋ ਦੇ ਆਰ ਬੀਇੰਗ ਆਲਸੋ ਜਿਸਨੇ ਕਿਹਾ ਵੀ ਇਨਵੈਸਟੀਗੇਟਿਡ ਅੰਡਰ ਦ ਟੈਰਰ ਐਕਟ, UAPA ਦੇ ਸੈਕਸ਼ਨਾਂ ਤੇ ਲਾਏ ਗਏ। ਉਹੀ ਚੀਜ਼ਾਂ ਬਾਹਰ ਅਦਾਲਤਾਂ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਜਾਂ ਪੰਜਾਬ ਪੁਲਿਸ
ਅਫਸਰਾਂ ਦਾ ਮੈਂ ਜ਼ਿਕਰ ਕੀਤਾ ਸੀ ਪਿਛਲੀ ਰਿਪੋਰਟ ਵਿੱਚ, ਪ੍ਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਹੁਣ ਇੱਥੇ ਆਪਾਂ ਗੱਲਬਾਤ ਨੂੰ ਥੋੜਾ ਦੁਬਾਰਾ ਮੋੜਨ ਦੀ ਕੋਸ਼ਿਸ਼ ਕਰਦੇ ਹਾਂ, ਗੋਲਡੀ ਬਰਾੜ ਦੇ ਉੱਤੇ ਵਾਪਸ ਆਉਂਦੇ ਤੇ ਉਸਦੀ ਡੀਪੋਰਟੇਸ਼ਨ ਤੇ ਐਕਸਟ੍ਰੈਡੀਸ਼ਨ ਦੀ ਗੱਲਬਾਤ ਤੇ ਆ ਜਾਂਦੇ। ਬਹੁਤ ਸੀ ਚਰਚਾਵਾਂ ਹੋ ਰਹੀਆਂ ਨੇ, ਮਤਲਬ ਮੈਂ ਮੀਡੀਆ ਦੇ ਉੱਤੇ ਸੁਣੀਆਂ, ਮੇਰੇ ਕੰਨਾਂ 'ਚ ਪਈਆਂ। ਕੁਝ ਪੱਤਰਕਾਰਾਂ ਨੇ ਫਿਰ ਤੋਂ ਪੁੱਛਿਆ ਵੀ ਗੁਰਪਤਵੰਤ ਪੰਨੂ ਨੂੰ ਗੋਲਡੀ ਬਰਾੜ ਦੇ ਵੱਲੋਂ ਵਕੀਲ ਲਾਇਆ ਜਾ ਰਿਹਾ, ਉਸ ਦੇ ਜ਼ਰੀਏ ਉਸਨੇ ਅਸਾਈਲਮ ਲੈਣ ਦੀ ਕੋਸ਼ਿਸ਼ ਕੀਤੀ। ਖੈਰ ਮੇਰੇ ਕੋਲ ਇਸ ਚੀਜ਼ਾਂ ਨੂੰ ਕਰੋਬੋਰੇਟ ਕਰਨ ਦਾ ਕੋਈ ਰੀਜ਼ਨ ਨਹੀਂ, ਕੋਈ ਕਾਰਨ ਨਹੀਂ। ਗੁਰਪਤਵੰਤ ਪੰਨੂ ਗੋਲਡੀ ਬਰਾੜ ਦਾ ਕੇਸ ਲੈ ਕੇ ਇਸ ਚੀਜ਼ ਤੋਂ ਲੌਜੀਕਲ, ਇਹਦੇ ਪਿੱਛੇ ਮੈਨੂੰ ਲੌਜਿਕ ਨਹੀਂ ਸਮਝ ਵਿੱਚ ਆਉਂਦਾ ਵੀ ਉਹ ਕਿਉਂ ਇਸ ਜ਼ੋਖਿਮ ਨੂੰ ਚੱਕੇਗਾ। ਮੇਰੀ ਜਾਣਕਾਰੀ ਇੱਥੋਂ ਤੱਕ ਸੀ ਕਿ ਕੁਝ ਵਕੀਲਾਂ ਕੋਲ ਪਹੁੰਚ ਕੀਤੀ ਗਈ, ਲੇਕਿਨ ਸ਼ਾਇਦ ਉਹਨਾਂ ਨੇ ਪਹਿਲਾਂ ਕੇਸ ਟੇਕਅਪ ਨਹੀਂ ਕੀਤਾ, ਫਿਰ ਅਸਾਈਲਮ ਦਾ ਕੇਸ ਜਾਂ ਐਪਲੀਕੇਸ਼ਨ ਜਿਹੜੀ ਸੀ ਉਹ ਲਾਈ ਜ਼ਰੂਰ ਗਈ ਹੋ ਸਕਦੀ ਹੈ, ਇਟ ਇਜ਼ ਪੋਸੀਬਲ। ਲੇਕਿਨ ਕੁਝ ਵਕੀਲਾਂ ਨੇ ਸ਼ੁਰੂਆਤੀ ਸਟੇਜ ਦੇ ਉੱਤੇ ਇਸ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ। ਲੇਕਿਨ ਇੱਥੇ ਆਪਾਂ ਥੋੜ੍ਹਾ ਜਿਹਾ ਡੀਪੋਰਟੇਸ਼ਨ ਤੇ ਐਕਸਟ੍ਰੈਡੀਸ਼ਨ ਨੂੰ ਵੀ ਅੱਜ ਇਸੇ ਬਹਾਨੇ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੀਏ, ਕਿਉਂਕਿ ਮੇਰੇ ਦੇ ਮਨ ਦੇ ਵਿੱਚ ਵੀ ਸਵਾਲ ਸੀ ਵੀ ਆਪਾਂ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਵੀ ਫਰਕ ਕੀ ਹੈ, ਐਕਸਟ੍ਰੈਡੀਸ਼ਨ ਲੰਬਾ ਪ੍ਰੋਸੈਸ ਕਿਉਂ ਹੈ। ਲੋਕਾਂ ਦੇ ਜੀ ਐਕਸਟ੍ਰੈਡੀਸ਼ਨ ਦੇ ਵਿੱਚ ਚਲਾ ਜਾਏਗਾ ਜੀ, ਸਾਲੋਂ ਸਾਲ ਲੱਗ ਜਾਣਗੇ। ਗੋਲਡੀ ਬਰਾੜ ਜਾਂ ਕਿਸੇ ਬੰਦੇ ਨੂੰ ਵੀ ਬਾਹਰੋਂ ਵਿਦੇਸ਼ ਵਿੱਚੋਂ ਵਾਪਸ ਉਸਦੇ ਮੁਲਕ ਵਿੱਚ ਜਿੱਥੇ ਕਿ ਉਸਨੇ ਕ੍ਰਾਈਮ ਕੀਤਾ ਹੈ, ਜਿੱਥੇ ਕੋਈ ਅਪਰਾਧੀ ਹੈ ਜਿਸ ਦੇ ਵਿੱਚ ਉਸ ਦੇ ਖਿਲਾਫ ਬਹੁਤ ਸੀਰੀਅਸ ਕੇਸ ਜਿਹੜੇ ਰਜਿਸਟਰ ਹੋਏ ਨੇ, ਸੋ ਉਹ ਫਰਕ ਜਿਹੜਾ ਹੈ ਉਸ ਨੂੰ ਸਮਝਣ ਦੀ ਗੱਲ ਹੈ। ਮੋਟਾ ਵਿਸ਼ਾ ਇਹ ਹੈ ਕਿ ਜਿਹੜੀ ਡੀਪੋਰਟੇਸ਼ਨ ਹੈ ਤੇ ਐਕਸਟ੍ਰੈਡੀਸ਼ਨ ਹੈ ਉਸ ਦੇ ਵਿੱਚ ਇੱਕ ਚੀਜ਼ ਸਿਮਿਲਰ ਹੈ ਕਿ ਅਦਾਲਤਾਂ ਦੇ ਜ਼ਰੀਏ ਹੀ ਪ੍ਰੋਸੈਸ ਸੰਬੰਧਿਤ ਜਿਹੜਾ ਮੁਲਕ ਹੈ, ਚਾਹੇ ਅਮਰੀਕਾ ਹੈ, ਕੈਨੇਡਾ ਹੈ, ਕੋਈ ਵੀ ਹੈ, ਉਹਦੇ ਜ਼ਰੀਏ ਹੀ ਇਸ ਨੇ ਸਿਰੇ ਚੜ੍ਹਨਾ ਹੁੰਦਾ ਹੈ। ਦੂਸਰੀ ਗੱਲਬਾਤ ਹੈ, ਇਹ ਦੋਵਾਂ ਦੇ ਵਿੱਚ ਕਿਸੇ ਵੀ ਅਪਰਾਧੀ ਨੂੰ ਜਾਂ ਕਿਸੇ ਵੀ ਕਥਿਤ ਅਪਰਾਧੀ ਨੂੰ ਉਸ ਮੁਲਕ ਤੋਂ ਹਟਾ ਕੇ ਉਸ ਦੇ ਪੈਰੈਂਟ ਮੁਲਕ ਜਿੱਥੇ ਕਿ ਉਸਨੇ ਕੋਈ ਅਪਰਾਧ ਕੀਤਾ ਹੁੰਦਾ ਹੈ, ਉਹ ਪੈਰੈਂਟ ਮੁਲਕ ਵੀ ਹੋ ਸਕਦਾ, ਕੋਈ ਹੋਰ ਮੁਲਕ ਵੀ ਹੋ ਸਕਦਾ ਹੈ, ਉੱਥੋਂ ਦੀਆਂ ਅਦਾਲਤਾਂ, ਉੱਥੋਂ ਦੀਆਂ ਜਿਹੜੀਆਂ ਕੋਰਟਸ ਜਾਂ ਫਿਰ ਉੱਥੋਂ ਦੀਆਂ ਇਨਵੈਸਟੀਗੇਟਿੰਗ ਏਜੰਸੀਆਂ ਦੇ ਵੱਲੋਂ ਕੇਸ ਪ੍ਰੈਜ਼ੈਂਟ ਕਰਨ ਤੋਂ ਬਾਅਦ ਵਾਪਸ ਲਿਜਾਇਆ ਜਾਣਾ ਹੁੰਦਾ ਹੈ। ਲੇਕਿਨ ਬੇਸਿਕ ਜਿਹੜਾ ਫਰਕ ਹੈ ਡੀਪੋਰਟੇਸ਼ਨ ਤੇ ਐਕਸਟ੍ਰੈਡੀਸ਼ਨ ਵਿੱਚ ਉਹ ਇਹ ਹੈ ਕਿ ਡੀਪੋਰਟੇਸ਼ਨ ਤੁਹਾਡੀ ਇਲੀਗਲ ਜਿਹੜੀ ਪ੍ਰੈਜ਼ੈਂਸ ਹੈ ਇੱਕ ਮੁਲਕ ਦੇ ਵਿੱਚ, ਯਾਨੀ ਕਿ ਤੁਹਾਡੀ ਗੈਰ ਕਾਨੂੰਨੀ ਅਨਅਧਿਕ੍ਰਿਤ ਜਿਹੜੀ ਹੋਂਦ ਹੈ, ਤੁਸੀਂ ਇਲੀਗਲ ਇਮੀਗ੍ਰੈਂਟ ਦੇ ਤੌਰ ਤੇ ਇਲੀਗਲ ਐਂਟਰੀ ਕਰਕੇ ਕਿਸੇ ਮੁਲਕ ਦੇ ਵਿੱਚ ਵੜ ਜਾਂਦੇ ਹੋ। ਤੁਹਾਡੀ ਜਿਹੜੀ ਉੱਥੇ ਹੋਂਦ ਹੈ ਜਦੋਂ ਇਲੀਗਲ ਪ੍ਰੂਵ ਹੋ ਗਈ ਵੀ ਤੁਸੀਂ ਗਲਤ ਡਾਕੂਮੈਂਟੇਸ਼ਨ, ਫਰਜ਼ੀ ਡਾਕੂਮੈਂਟੇਸ਼ਨ, ਬਿਨਾਂ ਡਾਕੂਮੈਂਟੇਸ਼ਨ ਜਾਂ ਫਿਰ ਸਿਸਟਮ ਨੂੰ ਵਰਤ ਕੇ ਕਿਸੇ ਵੀ ਤਰੀਕੇ ਦੇ ਨਾਲ ਡੌਂਕੀਆਂ ਮਾਰ ਕੇ ਪਹੁੰਚ ਗਏ ਹੋ, ਉੱਥੇ ਤੁਸੀਂ ਰਹਿ ਰਹੇ ਹੋ, ਤੁਹਾਡੀ ਉਸ ਧਰਤੀ ਦੇ ਉੱਤੇ ਜਿਹੜੀ ਹੋਂਦ ਇਲੀਗਲ ਹੈ, ਯੂ ਆਰ ਐਨ ਇਲੀਗਲ ਐਂਟਰੈਂਟ। ਜਦੋਂ ਇਹ ਚੀਜ਼ ਸਾਬਤ ਹੋ ਜਾਂਦੀ ਹੈ, ਇਸ ਤੋਂ ਬਾਅਦ ਤੁਹਾਨੂੰ ਡਿਪੋਰਟ ਕਰਤਾ ਜਾਂਦਾ ਹੈ। ਬਹੁਤ ਸਿੰਪਲ ਜੀ ਗੱਲ ਹੈ। ਐਕਸਟ੍ਰੈਡੀਸ਼ਨ ਦੇ ਵਿੱਚ ਫਰਕ ਇਹ ਆ ਜਾਂਦਾ ਹੈ ਕਿ ਉੱਥੇ ਤੁਹਾਡਾ ਜਿਹੜਾ ਕ੍ਰਿਮੀਨਲ ਰੈਕੋਰਡ ਹੈ, ਯਾਨੀ ਕਿ ਤੁਸੀਂ ਕੀ ਵਾਰਦਾਤ ਕਰਕੇ ਆਏ ਹੋ, ਉੱਥੇ ਇਹ ਮਸਲਾ ਤਾਂ ਸੈਕੰਡਰੀ ਰਹਿ ਜਾਂਦਾ ਹੈ ਕਿ ਤੁਹਾਡੀ ਐਂਟਰੀ ਕੀ ਹੈ ਕੀ ਨਹੀਂ। ਲੇਕਿਨ ਵੱਡਾ ਮੁੱਦਾ ਇਹ ਹੁੰਦਾ ਵੀ ਤੁਸੀਂ ਜਿਹੜੀ ਵਾਰਦਾਤ ਕੀਤੀ ਹੈ, ਤੁਸੀਂ ਐਸਾ ਗੁਨਾਹ ਕੀਤਾ ਹੈ, ਜੁਰਮ ਕੀਤਾ ਹੈ, ਤੇ ਤੁਹਾਨੂੰ ਉਸ ਮੁਲਕ ਦੇ ਵਿੱਚ ਲਾਅ ਨੂੰ ਫੇਸ ਕਰਨਾ ਪਏਗਾ, ਕੋਰਟਸ ਜਾਂ ਪ੍ਰੋਸੀਜਰ ਨੂੰ ਫੇਸ ਕਰਨਾ ਪਏਗਾ। ਤੁਸੀਂ ਇੱਕ ਮੁਲਕ ਦੇ ਵਿੱਚ ਗੁਨਾਹ ਕਰਕੇ ਦੂਸਰੇ ਮੁਲਕ 'ਚ ਆ ਕੇ ਛੁਪ ਗਏ ਹੋ, ਹੁਣ ਉੱਥੋਂ ਦੀ ਪੁਲਿਸ ਤੇ ਉੱਥੋਂ ਦੀ ਅਦਾਲਤਾਂ ਵਾਰੰਟ ਤੁਹਾਡੇ ਤੇ ਐਗਜ਼ੀਕਿਊਟ ਕਰਾਉਂਦੀਆਂ ਨੇ, ਤੇ ਜਿਸ ਮੁਲਕ ਦੇ ਵਿੱਚ ਤੁਸੀਂ ਸਹੀ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਹੋ, ਕੋਈ ਕਾਨੂੰਨੀ ਢੰਗ ਦੇ ਨਾਲ ਕੋਈ ਆਦਮੀ PR ਹੈ, ਕੋਈ ਸਿਟੀਜ਼ਨ ਹੈ, ਉਹ ਵੀ ਇੱਥੋਂ ਬੈਠ ਕੇ ਵਿਦੇਸ਼ਾਂ ਦੇ ਵਿੱਚ ਕ੍ਰਾਈਮ ਕਰਾ ਸਕਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉੱਥੇ ਲੀਗਲ ਹੈ ਜੀ, ਕਹੇਗਾ ਮੈਂ ਸਿਟੀਜ਼ਨ ਹਾਂ, ਮੈਨੂੰ ਤਾਂ ਲਿਜਾ ਹੀ ਨਹੀਂ ਸਕਦੇ, ਲੇਕਿਨ ਜੇ ਉਹਨੇ ਗੁਨਾਹ ਕੀਤਾ ਹੈ ਤਾਂ ਉਸ ਨੂੰ ਜਾਣਾ ਪਏਗਾ। ਸੋ ਉਸ ਦਾ ਗੁਨਾਹ, ਉਸ ਦਾ ਜੁਰਮ, ਉਸ ਦੇ ਬੇਸ ਉੱਤੇ ਜਿਹੜਾ ਕੇਸ ਤਿਆਰ ਹੋਏਗਾ, ਤੇ ਉਸ ਬੇਸ ਉੱਤੇ ਜਦੋਂ ਤੁਹਾਨੂੰ ਲਿਜਾਇਆ ਜਾਏਗਾ ਉੱਥੇ, ਉਸ ਨੂੰ ਐਕਸਟ੍ਰੈਡੀਸ਼ਨ ਦੀ ਕੈਟੇਗਰੀ 'ਚ ਮੰਨਿਆ ਜਾਂਦਾ। ਤੇ ਐਕਸਟ੍ਰੈਡੀਸ਼ਨ ਦੇ ਵਿੱਚ ਅਮਰੀਕਾ ਦੀ ਅਦਾਲਤਾਂ ਦੇ ਵਿੱਚ ਵੀ ਬਹੁਤ ਕੁਝ ਸਾਬਤ ਕਰਨਾ ਪੈਂਦਾ, ਯਾਨੀ ਕਿ ਉਸ ਜੁਰਮ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ। ਹੁਣ ਜਿਵੇਂ ਕਿ ਗੋਲਡੀ ਬਰਾੜ ਦੇ ਕੇਸ ਦੇ ਵਿੱਚ ਇਸ ਜੁਰਮ, ਯਾਨੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੁੜੇ ਹੋਏ ਜਿਹੜੇ ਤੱਥ ਨੇ ਜਾਂ ਫੈਕਟਸ ਨੇ, ਉਹਨਾਂ ਨੂੰ ਅਮਰੀਕੀ ਅਦਾਲਤਾਂ ਦੇ ਸਾਹਮਣੇ ਰੱਖਣ ਦੀ ਲੋੜ ਤਾਂ ਪਏਗੀ ਜੇ ਉਹ ਐਕਸਟ੍ਰੈਡੀਸ਼ਨ ਪ੍ਰੋਸੈਸ ਦੇ ਵਿੱਚ ਪੈ ਜਾਂਦਾ ਹੈ। ਉਹਨੇ ਅਸਾਈਲਮ ਸੀਕ ਕੀਤਾ, ਅਸਾਈਲਮ ਦੀ ਐਪਲੀਕੇਸ਼ਨ ਲਾਈ, ਲੇਕਿਨ ਉਸ ਤੋਂ ਪਹਿਲਾਂ, ਅਸਾਈਲਮ ਤੋਂ ਪਹਿਲਾਂ ਵੀ ਉਸ ਦੀ ਐਕਸਟ੍ਰੈਡੀਸ਼ਨ ਦਾ ਜਿਹੜਾ ਪ੍ਰੋਸੈਸ ਹੈ, ਉਸ ਦੇ ਵਿੱਚ ਅਦਾਲਤਾਂ ਸਬੂਤ ਮੰਗਣਗੀਆਂ ਕਿ ਇਸ ਦੇ ਖਿਲਾਫ ਸਾਨੂੰ ਸਬੂਤ ਦਿਓ ਜਾਂ ਤੁਸੀਂ ਐਵੀਡੈਂਸ ਵਗੈਰਾ ਦੱਸੋ ਵੀ ਕਿੱਥੇ ਮਾਰਿਆ, ਕਿਵੇਂ ਮਾਰਿਆ, ਤੁਹਾਡੇ ਕੋਲ ਕੀ ਪ੍ਰੂਫ ਹੈ, ਇਹ ਵੀਡੀਓ CDs, ਇਹ ਟੈਲੀਫੋਨ ਕਨਵਰਸੇਸ਼ਨ ਸਹੀ ਨੇ, ਗਲਤ ਨੇ। ਉਹ ਸਾਰੀ ਚੀਜ਼ਾਂ ਅਦਾਲਤਾਂ ਅਮਰੀਕਾ ਦੀਆਂ ਪਰਖਣਗੀਆਂ। ਭਾਰਤ ਦੇ ਵਿੱਚ ਤਾਂ ਬਾਅਦ ਵਿੱਚ ਕੇਸ ਪਹੁੰਚੇਗਾ ਤੇ ਉਹਦਾ ਟ੍ਰਾਇਲ ਹੋਏਗਾ। ਲੇਕਿਨ ਡੀਪੋਰਟੇਸ਼ਨ ਆਸਾਨ ਕਿਉਂ ਹੈ? ਕਿਉਂਕਿ ਡੀਪੋਰਟੇਸ਼ਨ ਵਿੱਚ ਜੇ ਇਹ ਪ੍ਰੂਵ ਹੋ ਜਾਂਦਾ ਹੈ ਕਿ ਗੋਲਡੀ ਬਰਾੜ ਇਲੀਗਲ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰ ਕੀਤਾ ਜਾਂ ਕਿਸੇ ਫਰਜ਼ੀ ਪਛਾਣ ਦੇ ਉੱਤੇ ਐਂਟਰ ਕੀਤਾ, ਤੇ ਜਿਹੜਾ ਫਰਜ਼ੀ ਪਛਾਣ ਦੇ ਉੱਤੇ ਕਿਸੇ ਵੀ XYZ ਨਾਂ ਤੋਂ ਉੱਥੇ ਪੋਲੀਟੀਕਲ ਅਸਾਈਲਮ ਸੀਕ ਕਰਨ ਦੀ ਕੋਸ਼ਿਸ਼ ਕਰਦਾ ਪਿਆ ਹੈ, ਤੇ ਉਹਦੀ ਜਿਹੜੀ ਹੋਂਦ ਉਸ ਮੁਲਕ ਦੇ ਵਿੱਚ ਉਹ ਹੈ ਹੀ ਨਹੀਂ, ਜੋ ਕਿ ਉਸਨੇ ਉੱਥੋਂ ਦੀਆਂ ਏਜੰਸੀਆਂ ਨੂੰ ਜਾਂ ਉੱਥੋਂ ਦੇ ਜਿਹੜੀ ਅਦਾਲਤਾਂ ਦੇ ਸਾਹਮਣੇ ਜਿੱਥੇ ਵੀ ਉਸਨੇ ਅਸਾਈਲਮ ਦੇ ਕੇਸ ਲਾਏ, ਉਹ ਹੋਂਦ ਉਸਦੀ ਝੁਠਲਾਤੀ ਜਾਂਦੀ ਹੈ। ਭਾਰਤ ਸਰਕਾਰ ਗੋਲਡੀ ਬਰਾੜ ਦਾ ਪਾਸਪੋਰਟ ਦਿਖਾ ਕੇ ਇਹ ਸਾਬਤ ਕਰ ਦਿੰਦੀ ਹੈ ਕਿ ਇਹ ਉਹ ਸ਼ਖਸ ਹੈ ਜਿਸਨੇ ਕਿ ਕ੍ਰਾਈਮ ਕੀਤਾ। ਆਪਾਂ ਕ੍ਰਾਈਮ ਨੂੰ ਛੱਡ ਦਿੰਦੇ ਹਾਂ, ਲੇਕਿਨ ਇਹ ਬੰਦਾ ਇਲੀਗਲ ਤਰੀਕੇ ਦੇ ਨਾਲ ਤੁਹਾਡੀ ਧਰਤੀ ਦੇ ਉੱਤੇ, ਸੋਇਲ ਦੇ ਉੱਤੇ ਬੈਠਾ ਹੈ। ਇਹ ਸਫੀਸ਼ੀਐਂਟ ਗਰਾਊਂਡ ਹੈ
ਦੈਨ ਐਂਡ ਦੇਅਰ ਡਿਪੋਰਟੇਸ਼ਨ ਹੋ ਜਾਏਗੀ। ਤੇ ਇਹ ਪਹਿਲਾਂ ਵੀ ਸੁਖਪ੍ਰੀਤ ਬੁੱਢੇ ਦੇ ਕੇਸ ਵਿੱਚ ਵੀ ਹੋਇਆ ਤੇ ਇੱਕ ਦੋ ਹੋਰ ਕੇਸਾਂ ਦੇ ਵਿੱਚ ਵੀ ਭਾਰਤ ਦੇ ਵਿੱਚ ਈਵਨ ਕੌਸ਼ਲ ਚੌਧਰੀ ਨੂੰ ਲੈ ਕੇ ਆਇਆ ਗਿਆ, ਹੋਰ ਬਹੁਤ ਸੇ, ਜਿਹੜਾ ਆਈ ਥਿੰਕ ਕਾਲਾ ਰਾਣਾ ਵੀ ਇੱਕ ਹੋਰ ਗੈਂਗਸਟਰ ਸੀ, ਕਿਉਂਕਿ ਦਿੱਲੀ ਪੁਲਿਸ ਦੇ, ਪੰਜਾਬ ਪੁਲਿਸ ਦੇ ਤਜਰਬੇ ਹੈਗੇ ਨੇ। ਉਹਨਾਂ ਨੇ ਦੇਖਿਆ ਹੈ ਕਿ ਕਿਵੇਂ ਲੱਕੀ ਪਟਿਆਲ ਦਾ ਕੇਸ ਤੁਹਾਡੇ ਸਾਹਮਣੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਆਰਮੇਨੀਆ ਦੇ ਵਿੱਚ ਦੋਵੇਂ ਇਕੱਠੇ ਸੀਗੇ, ਸੁਖਪ੍ਰੀਤ ਬੁੱਢਾ ਤੇ ਲੱਕੀ ਪਟਿਆਲ ਦੁਬਈ ਤੋਂ ਜਾਂਦੇ ਨੇ, ਆਰਮੇਨੀਆ ਦੇ ਵਿੱਚ ਬੈਠਦੇ ਨੇ, ਲੇਕਿਨ ਸੁਖਪ੍ਰੀਤ ਬੁੱਢੇ ਨੂੰ ਡਿਪੋਰਟੇਸ਼ਨ ਦੇ ਜ਼ਰੀਏ ਪੰਜਾਬ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਨਾਲ ਦੇ ਨਾਲ ਵਾਪਸ ਲਿਆਈ। ਲੇਕਿਨ ਲੱਕੀ ਪਟਿਆਲ ਕਿਉਂਕਿ ਜੇਲ੍ਹ ਦੇ ਵਿੱਚ ਸੀ ਤੇ ਸੁਖਪ੍ਰੀਤ ਬੁੱਢਾ ਜੇਲ੍ਹ ਤੋਂ ਬਾਹਰ ਸੀ, ਇਹੀ ਫਰਕ ਰਿਹਾ। ਜੇਲ੍ਹ ਦੇ ਵਿੱਚ ਪੂਰਾ ਦਾ ਪੂਰਾ ਪ੍ਰੋਸੈਸ ਐਕਸਟ੍ਰੈਡੀਸ਼ਨ ਦੀ ਲੰਬੇ ਚੌੜੇ ਪ੍ਰੋਸੈਸ ਵਿੱਚ ਪੈ ਗਿਆ। ਉਸ ਤੋਂ ਬਾਅਦ ਅੱਜ ਤੁਸੀਂ ਚੈੱਕ ਕਰ ਲਓ, ਭਾਰਤ ਦੀ ਏਜੰਸੀਆਂ ਜਾਂ ਭਾਰਤ ਦੀ ਖੁਫੀਆ ਜਿਹੜਾ ਤੰਤਰ ਹੈ ਉਹ ਕਹਿੰਦਾ ਵੀ ਲੱਕੀ ਪਟਿਆਲ ਆਰਮੇਨੀਆ ਬੇਸਡ ਗੈਂਗਸਟਰ ਹੈ, ਲੇਕਿਨ ਲੱਕੀ ਪਟਿਆਲ ਆਰਮੇਨੀਆ ਦੀ ਜੇਲ੍ਹ ਤੋਂ ਨਿਕਲ ਚੁੱਕਾ ਹੈ। ਉਸ ਸਿਸਟਮ ਨੂੰ ਗੱਚਾ ਦੇ ਕੇ ਕਿੱਥੇ ਤੇ ਕਿੱਥੇ ਨਿਕਲ ਚੁੱਕਾ, ਤੇ ਮੈਂ ਰਿਪੋਰਟ ਵੀ ਬਣਾਈ ਸੀ, ਸ਼ਾਇਦ ਉਹ ਵੀ ਅਮਰੀਕਾ ਦੇ ਵਿੱਚ ਹੈ। ਸੋ ਜਦੋਂ ਐਕਸਟ੍ਰੈਡੀਸ਼ਨ ਦਾ ਪ੍ਰੋਸੈਸ ਲੰਬਾ ਹੋ ਜਾਂਦਾ ਹੈ, ਉਸ ਦਾ ਫਰਕ ਬੇਸਿਕਲੀ ਤੁਸੀਂ ਸਮਝ ਚੁੱਕੇ ਵੀ ਐਕਸਟ੍ਰੈਡੀਸ਼ਨ ਦੀ ਤੁਸੀਂ ਕੀ ਗਤੀਵਿਧੀ, ਕੀ ਜੁਰਮ, ਕੀ ਕੁਕਰਮ ਕੀਤਾ, ਉਸ ਚੀਜ਼ ਨੂੰ ਤੁਹਾਨੂੰ ਸੰਬੰਧਿਤ ਮੁਲਕ ਦੀ ਅਦਾਲਤਾਂ 'ਚ ਸਥਾਪਿਤ ਕਰਨਾ ਪਏਗਾ। ਭਾਰਤ ਦੀ ਫੋਰਸਿਸ ਨੂੰ, ਏਜੰਸੀ ਨੂੰ, ਸੁਰੱਖਿਆ ਜਾਂਚ ਏਜੰਸੀਆਂ ਨੂੰ। ਜਿਹੜੀ ਡਿਟੈਂਸ਼ਨ ਦੇ ਦੌਰਾਨ ਡਿਪੋਰਟੇਸ਼ਨ ਹੈ ਉਹ ਬਹੁਤ ਸਵਿਫਟ ਪ੍ਰੋਸੈਸ ਹੋਏਗਾ, ਐਕਸਟ੍ਰੈਡੀਸ਼ਨ ਲੰਬਾ ਪ੍ਰੋਸੈਸ ਹੈ। ਸਾਬਤ ਐਕਸਟ੍ਰੈਡੀਸ਼ਨ ਦੇ ਵਿੱਚ ਜੁਰਮ ਕੀਤਾ ਜਾਂਦਾ ਹੈ ਤੇ ਡਿਪੋਰਟੇਸ਼ਨ ਦੇ ਵਿੱਚ ਲੀਗੈਲਿਟੀ ਆਫ ਦ ਪ੍ਰੈਜ਼ੈਂਸ ਆਫ ਦੈਟ ਅਕਿਊਜ਼ਡ ਔਰ ਪਰਸਨ ਇਨ ਦੈਟ ਪਾਰਟਿਕੂਲਰ ਏਰੀਆ ਔਰ ਟੈਰੀਟਰੀ। ਸੋ ਇਹ ਮੇਨ ਭੇਦ ਹੈ ਡਿਪੋਰਟੇਸ਼ਨ ਤੇ ਐਕਸਟ੍ਰੈਡੀਸ਼ਨ ਦਾ, ਤੇ ਸਾਨੂੰ ਇਸੇ ਬਹਾਨੇ ਇਸ ਬਾਰੇ ਵੀ ਸਮਝਣ ਦਾ ਮੈਨੂੰ ਵੀ ਮੌਕਾ ਮਿਲਿਆ। ਮੈਂ ਵੀ ਥੋੜ੍ਹਾ ਜਿਹਾ ਸਟੱਡੀ ਕੀਤਾ ਤੇ ਤੁਹਾਡੇ ਨਾਲ ਵੀ ਮੈਂ ਜਾਣਕਾਰੀ ਸਾਂਝੀ ਕਰ ਰਿਹਾ। ਤੁਹਾਡੇ ਕੋਲ ਵੀ ਕੁਝ ਇਨਪੁਟਸ ਹੋਣਗੀਆਂ। ਬਹੁਤ ਸੂਝਵਾਨ ਲੋਕ ਨੇ ਜੀ ਮੇਰੇ ਚੈਨਲ ਤੇ, ਮੈਨੂੰ ਇਸ ਚੀਜ਼ ਨੂੰ ਕਹਿਣ ਲਈ ਹਮੇਸ਼ਾ ਕਹਿਣ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਪੀਪਲ ਆਰ ਵੈਰੀ ਲਰਨਡ, ਵੈਲ ਐਜੂਕੇਟਿਡ ਤੇ ਚੰਗੇ ਤੇ ਉਹਨਾਂ ਦੇ ਡੀਪ ਇਨਸਾਈਟਸ ਭਰੇ ਜਿਹੜੇ ਕਮੈਂਟਸ ਹੁੰਦੇ ਨੇ ਉਹ ਮੈਨੂੰ ਵੀ ਮੇਰੀ ਜਾਣਕਾਰੀ 'ਚ ਵਾਧਾ ਕਰ ਸਕਦੇ ਹੈ। ਤੇ ਜੇ ਤੁਸੀਂ ਕਰ ਸਕੋ ਤਾਂ ਜ਼ਰੂਰ ਕਰਿਓ। ਦੋਵਾਂ ਪ੍ਰੋਸੈਸ ਨੂੰ ਲੈ ਕੇ ਹੋਰ ਕੁਝ ਨੁਆਂਸਸ ਤੁਹਾਡੇ ਜ਼ਿਹਨ ਵਿੱਚ ਹੈਗੇ ਨੇ। ਤੁਸੀਂ ਵੇਖੋ ਵੀ ਵਕੀਲ ਸਾਹਿਬ ਨੇ ਜਿਹੜੀ ਗੱਲ ਕਹੀ, ਉਹ ਕਿਹਾ ਵੀ ਮੈਂ ਵਕੀਲ ਗੋਲਡੀ ਬਰਾੜ ਦਾ ਵੀ ਹਾਂ, ਲਾਰੈਂਸ ਬਿਸ਼ਨੋਈ ਦੇ ਤੋਂ ਪਹਿਲਾਂ ਸੀ ਹੀ, ਤੇ ਉਹ ਕਹਿੰਦੇ ਖਬਰਾਂ ਝੂਠੀਆਂ ਨੇ, ਫੇਕ ਨਿਊਜ਼ ਨੇ। ਜੇ ਇੰਜ ਹੁੰਦਾ ਤਾਂ ਇੰਜ ਨਾ ਹੁੰਦਾ, ਜੇ ਇੰਜ ਹੁੰਦਾ ਤਾਂ ਭਾਰਤ ਸਰਕਾਰ ਕੋਲ ਵੇਰਵਾ ਆਉਂਦਾ ਤੇ ਭਾਰਤ ਸਰਕਾਰ, ਬਾਕੀ ਸਾਰੀ ਗੱਲਾਂ ਛੱਡੋ, ਵੇਰਵਾ ਆਇਆ ਨਹੀਂ ਆਇਆ, ਤੁਸੀਂ ਮੋਟੀ ਜੀ ਗੱਲ ਦੱਸ ਦਿਓ ਵੀ ਤੁਸੀਂ ਦੱਸ ਦਿਓ ਗੋਲਡੀ ਬਰਾੜ ਕਿੱਥੇ ਹੈ। ਜੇ ਇਹ ਨਹੀਂ ਦੱਸ ਸਕਦੇ ਤਾਂ ਘੱਟੋ ਘੱਟ ਇੰਨਾ ਤਾਂ ਜ਼ਿਕਰ ਕਰ ਹੀ ਸਕਦੇ ਹੋ ਨਾ ਵੀ ਮੇਰੇ ਕਲਾਇੰਟ ਗੋਲਡੀ ਬਰਾੜ ਨੇ, ਸਤਵਿੰਦਰਜੀਤ ਸਿੰਘ ਗੋਲਡੀ ਬਰਾੜ ਨੇ ਮੈਨੂੰ ਕਿਹਾ ਕਿ ਇਹ ਖਬਰਾਂ ਫੇਕ ਨੇ, ਸੋ ਮੈਂ ਉਹਨਾਂ ਦੇ ਬਿਹਾਫ ਉੱਤੇ ਤੁਹਾਡੇ ਨਾਲ ਇਹ ਗੱਲ ਕਰਦਾ ਪਿਆ। ਜੇ ਮੈਨੂੰ ਗੋਲਡੀ ਬਰਾੜ ਸੰਪਰਕ ਕਰੇਗਾ ਤੇ ਮੈਂ ਇਹ ਚੀਜ਼ ਦੱਸਣ ਨੂੰ ਤੁਹਾਨੂੰ 2 ਮਿੰਟ ਨਹੀਂ ਲਾਵਾਂਗਾ ਵੀ ਗੋਲਡੀ ਬਰਾੜ ਨਾਲ ਮੇਰੇ ਨਾਲ ਸੰਪਰਕ ਹੋਇਆ ਤੇ ਗੋਲਡੀ ਬਰਾੜ ਨੇ ਗੱਲਾਂ ਕਹੀਆਂ ਨੇ ਕਿ ਸਾਰੀਆਂ ਖਬਰਾਂ ਝੂਠੀਆਂ ਚੱਲਦੀਆਂ ਪਈਆਂ ਨੇ। ਗੋਲਡੀ ਬਰਾੜ ਜੇ ਆਜ਼ਾਦ ਹੈ, ਬਾਹਰ ਹੈ, ਤਾਂ ਉਸਨੂੰ ਇਸ ਚੀਜ਼ ਨੂੰ, ਖਬਰ ਨੂੰ ਡਿਨਾਈ ਕਰਨ ਦੇ ਵਿੱਚ ਕੀ ਵੱਡਾ ਇਸ਼ੂ ਹੋਣਾ ਚਾਹੀਦਾ ਹੈ। ਤੇ ਵਕੀਲ, ਉਹੀ ਮੈਂ ਜਿਵੇਂ ਗੱਲ ਪਹਿਲਾਂ ਕਹੀ ਸੀ, ਵਕੀਲ ਨੂੰ ਤਾਂ ਹਾਇਰ ਕਰਨ ਦੀ ਨੌਬਤ ਤਾਂ ਆਉਂਦੀ ਹੈ ਜਦੋਂ ਕਿ ਖੁਦ ਕੋਈ ਕਲਾਇੰਟ ਅੰਡਰਗਰਾਊਂਡ ਹੋਵੇ, ਰੂਪੋਸ਼ ਹੋਵੇ, ਜਾਂ ਫਿਰ ਉਹ ਜੇਲ੍ਹ ਦੇ ਵਿੱਚ ਹੋਵੇ, ਡਿਟੈਂਸ਼ਨ ਦੇ ਵਿੱਚ ਹੋਵੇ, ਉਹ ਗੱਲ ਨਾ ਕਰ ਸਕਦਾ ਹੋਵੇ। ਤੇ ਘੱਟੋ ਘੱਟ ਵਕੀਲ ਇੰਨਾ ਤਾਂ ਕਹਿ ਹੀ ਸਕਦਾ ਕਿ ਮੇਰੇ ਕਲਾਇੰਟ ਨੇ ਮੈਨੂੰ ਅਧਿਕ੍ਰਿਤ ਕੀਤਾ ਹੈ, ਕਿਸ ਵਕਾਲਤਨਾਮੇ ਦੇ ਜ਼ਰੀਏ ਜਾਂ ਵਕਾਲਤਨਾਮਾ ਆਪਾਂ ਛੱਡੀਏ, ਮੈਂ ਕਿਸ ਕਪੈਸਿਟੀ ਦੇ ਵਿੱਚ ਉਸ ਨੂੰ ਰਿਪਰੈਜ਼ੈਂਟ ਕਰ ਰਿਹਾ, ਤੇ ਉਹ ਕਪੈਸਿਟੀ ਤੋਂ ਬਾਅਦ ਮੇਰੇ ਨਾਲ ਕਮਿਊਨੀਕੇਸ਼ਨ ਹੋਇਆ ਹੈ ਮੇਰੇ ਕਲਾਇੰਟ ਦਾ, ਉਸਨੇ ਮੈਨੂੰ ਆਪਣੇ ਮੂੰਹੋਂ ਇਹ ਗੱਲ ਕਹੀ ਹੈ, then probably we could have believed him। ਬਟ ਉਹ ਸਾਰੀ ਗੱਲਾਂ ਬਾਤਾਂ ਕਿਤੇ ਨਾ ਕਿਤੇ ਆਈਆਂ ਨਹੀਂ ਸਾਹਮਣੇ। ਉਹ ਸਾਰੀ ਗੱਲਾਂ ਬਾਤਾਂ ਦੇ ਉੱਤੇ ਕੋਈ ਗੱਲ ਹੀ ਨਹੀਂ, ਤੇ ਆਪਾਂ ਵੈਸੇ ਕਹੀ ਜਾ ਰਹੇ ਜੀ ਕਿ ਅਮਰੀਕਾ ਭਾਰਤ ਸਰਕਾਰ ਨੂੰ ਦੱਸਦਾ, ਭਾਰਤ ਸਰਕਾਰ ਫਿਰ ਇਹ ਚੀਜ਼ ਰਿਕਾਰਡ ਤੇ ਆਣੀ ਸੀ, ਉਹ ਗੱਲਾਂ ਬਾਤਾਂ ਨਹੀਂ ਹੋਈਆਂ। ਚਲੋ ਗੱਲਾਂ ਬਾਤਾਂ ਜਦੋਂ ਹੋਣੀਆਂ ਹੋਣਗੀਆਂ ਹੋ ਜਾਣਗੀਆਂ। ਹਲੇ ਤਾਂ ਫਿਲਹਾਲ ਮੈਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ, ਜੋ ਕਿ ਪੰਜਾਬ ਦੇ ਸੂਬੇ ਦੇ ਗ੍ਰਹਿ ਮੰਤਰੀ ਨੇ, ਟੋਟਲੀ ਉਹਨਾਂ ਦੀ ਗੱਲਬਾਤ ਨੂੰ ਪੰਜਾਬ ਪੁਲਿਸ ਨੇ ਵੀ ਡਿਨਾਈ ਨਹੀਂ ਕੀਤਾ। ਸੋ ਆਪਾਂ ਆਲਮੋਸਟ 2 ਦਿਨ ਹੋ ਚੁੱਕੇ ਨੇ ਗੱਲਬਾਤ ਨੂੰ, ਤੇ ਆਪਾਂ ਫਿਰ ਕਿਵੇਂ ਕਹੀਏ, ਕਿਉਂ ਕਹੀਏ ਤੇ ਕਿਉਂ ਸੰਸ਼ੇ ਕ੍ਰੀਏਟ ਕਰੀਏ। ਆਪਾਂ ਬਿਲੀਵ ਕਰੀਏ ਨਾ, ਇਹ ਲੀਡਰਾਂ ਨੂੰ ਆਪਾਂ ਮੈਨੀ ਥੰਪਿੰਗ ਮੈਜੋਰਿਟੀ ਦੇ ਵਿੱਚ ਲਿਆ ਕੇ ਪੰਜਾਬ ਦੇ ਲੋਕਾਂ ਨੇ ਚੁਣਿਆ, ਉਹਦਾ ਮੁੱਖ ਮੰਤਰੀ ਕਹਿੰਦਾ ਕਹਿ ਲੈਣ ਦਿਓ। ਜੇ ਕੱਲ੍ਹ ਨੂੰ ਸੱਚ ਤੱਥ ਤੁਹਾਡੇ ਸਾਹਮਣੇ ਹੋਣਗੇ, ਜੇ ਗਲਤ ਕਹਿ ਰਹੇ ਹੋਣਗੇ ਤਾਂ ਆਪਾਂ ਤੁਹਾਡੇ ਨਾਲ, ਮੈਂ ਵੀ ਖੜਾ ਹੋ ਜਾਵਾਂਗਾ। ਮੈਂ ਆਪਣੇ ਆਪ ਨੂੰ ਵੀ ਕਹਾਂਗਾ ਵੀ ਮੇਰੀ ਵੀ ਇਨਪੁਟ ਗਲਤ ਸੀ, ਮੇਰੇ ਵੀ ਸੂਤਰ ਗਲਤ ਸੀ, ਤੇ ਸਰਦਾਰ ਭਗਵੰਤ ਮਾਨ ਵੀ ਗੈਰ ਜ਼ਿੰਮੇਵਾਰ ਸੀ। ਆਪਾਂ ਕਹਿ ਦਾਂਗੇ ਸਾਰੇ ਮਿਲ ਕੇ ਇਕੱਠੇ ਹੋ ਕੇ। ਲੇਕਿਨ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਬਹੁਤ ਵੱਧ ਚੜ ਕੇ ਗੱਲਾਂ ਕਰ ਰਹੇ ਨੇ, ਪਤਾ ਨਹੀਂ ਕੀ ਫਰਸਟ੍ਰੇਸ਼ਨ ਹੈ ਲੋਕਾਂ ਦੇ ਮਨਾਂ ਦੇ ਵਿੱਚ। ਖਰਾ ਇਹ ਚਾਹੁੰਦੇ ਨਹੀਂ ਕਿ ਗੋਲਡੀ ਬਰਾੜ ਗ੍ਰਿਫਤਾਰ ਹੋਏ, ਜਾਂ ਇਹ ਚਾਹੁੰਦੇ ਨੇ ਕਿ ਪੰਜਾਬ ਦਾ ਮਾਹੌਲ ਠੀਕ ਹੋਏ। ਇਸ ਕੋਈ ਨਾ ਕੋਈ ਤਾਂ ਰੀਜ਼ਨ ਹੋਏਗਾ ਵੀ ਇਹ ਲੋਕ ਇਹ ਚੀਜ਼ ਮੰਨਣ ਨੂੰ ਤਿਆਰ ਨਹੀਂ। ਪਹਿਲਾਂ ਉਸ ਦੀ ਹੋਂਦ ਨਹੀਂ ਮੰਨਣੀ, ਫਿਰ ਉਸ ਦੀ ਗ੍ਰਿਫਤਾਰੀ ਨਾ ਮੰਨੋ, ਡਿਟੈਂਸ਼ਨ ਨਾ ਮੰਨੋ। ਕੱਲ੍ਹ ਨੂੰ ਜਦੋਂ ਭਾਰਤ ਆ ਜਾਏਗਾ ਫਿਰ ਤੁਸੀਂ ਇਹ ਕਹੋਗੇ ਕਿ ਇਹ ਤਾਂ ਉਸ ਗੋਲਡੀ ਬਰਾੜ ਆਪਣੇ ਮੂੰਹੋਂ ਕਹਿ ਰਿਹਾ ਕਿ ਮੈਂ ਸਿੱਧੂ ਮੂਸੇਵਾਲਾ ਦਾ ਕਤਲ ਕਰਾਇਆ, ਕੱਲ੍ਹ ਨੂੰ ਕਹੋਗੇ ਜੀ ਉਹ ਤਾਂ ਉਸਨੇ ਕਤਲ ਹੀ ਨਹੀਂ ਕਰਾਇਆ। ਸੋ ਇਹ ਚੀਜ਼ਾਂ ਤਾਂ ਐਂਡਲੈਸ ਹੈਗੀਆਂ ਨੇ। ਐਨੀਵੇਜ਼ ਅੱਜ ਦੀ ਗੱਲਬਾਤ ਲੰਬੀ ਹੋਈ, ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ, ਇਸ ਗੱਲਬਾਤ ਨੂੰ ਸੁਣਨ ਲਈ। ਥੈਂਕ ਯੂ ਸੋ ਮਚ। ਆਪਣੇ ਕਮੈਂਟ, ਆਪਣੀ ਟਿੱਪਣੀ, ਆਪਣੀ ਫੀਡਬੈਕ ਮੇਰੇ ਨਾਲ ਸ਼ੇਅਰ ਕਰਦੇ ਰਹੋ। ਥੈਂਕ ਯੂ ਸੋ ਮਚ।